ਹਾਲੇ ਹਾਲੇ ਧੰਨਵਾਦ। ਹਾਲੇਲੂਇਆ। ਧੰਨਵਾਦ ਕਰਦੇ ਹਾਂ ਖੁਦਾ ਦਾ ਅੱਜ ਦੇ ਅੱਛੇ ਸਮੇਂ ਦੇ ਲਈ, ਇਸ ਸ਼ਾਮ ਦੇ ਲਈ ਔਰ ਉਹਦੇ ਲੋਕਾਂ ਦੇ ਲਈ ਜਿਨ੍ਹਾਂ ਨੂੰ ਖੁਦਾ ਆਪਣੀ ਹਜ਼ੂਰੀ ਵਿੱਚ ਲੈ ਕੇ ਆਇਆ। ਸੋ ਅਸੀਂ ਪਿਛਲੇ ਦਿਨਾਂ ਤੋਂ ਸਿੱਖ ਰਹੇ ਹਾਂ ਔਰ ਅੱਜ ਚੌਥੇ ਹਿੱਸੇ ਵਿੱਚ ਜਾਵਾਂਗੇ। ਪਾਪ ਦੀ ਮਜ਼ਦੂਰੀ ਮੌਤ ਆ, ਪਰ ਪਰਮੇਸ਼ਵਰ ਦੀ ਬਖਸ਼ਿਸ਼ ਮਸੀਹ ਯਸੂ ਦੇ ਵਿੱਚ ਹਮੇਸ਼ਾ ਦੀ ਜ਼ਿੰਦਗੀ। ਹਾਲੇਲੂਇਆ। ਸੋ ਰਾਤੀ ਅਸੀਂ ਪਹੁੰਚੇ ਸੀ ਉਸੇ ਆਇਤ ਨੂੰ ਅਸੀਂ ਪੜ੍ਹਾਂਗੇ। ਉਤਪਤੀ ਦੀ ਕਿਤਾਬ 4 ਅਧਿਆਇ ਉਹਦੀ 7 ਆਇਤ। ਹਾਲੇਲੂਇਆ। ਅਫਸੋਸ ਆ ਕਾਇਨ ਦੇ ਉੱਤੇ ਕਿ ਇਹਨੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਿਆ ਨਹੀਂ। ਅਸੀਂ ਪੜ੍ਹਾਂਗੇ ਇੱਕ ਹੋਰ ਆਇਤ ਯਹੋਸ਼ੂਆ ਦੀ ਕਿਤਾਬ 1 ਅਧਿਆਇ ਉਹਦੀ 8 ਆਇਤ। ਯਹੋਸ਼ੂਆ 1 ਅਧਿਆਇ ਉਹਦੀ 8 ਆਇਤ। ਇਹ ਵਿਵਸਥਾ ਦੀ ਪੋਥੀ, ਇਹ ਪਰਮੇਸ਼ਵਰ ਦੇ ਕਾਨੂੰਨ ਦੀ ਕਿਤਾਬ, ਉਹ ਕਿਤਾਬ, ਉਹ ਪੋਥੀ ਜਿਹਦੇ ਵਿੱਚ ਪਰਮੇਸ਼ਵਰ ਨੇ ਆਪਣੀ ਆਦਤ ਤੋਂ ਇਨਸਾਨ ਨੂੰ ਵਾਕਿਫ ਕਰਵਾਇਆ। ਔਰ ਵਚਨ ਕਹਿੰਦਾ ਇਹ ਵਿਵਸਥਾ ਦੀ ਪੋਥੀ, ਇਹ ਕਾਨੂੰਨ, ਇਹ ਸ਼ਰੀਅਤ ਜਿਹੜੀ ਮੈਂ ਤੈਨੂੰ ਦਿੱਤੀ ਆ, ਇਹ ਤੇਰੇ ਮੂੰਹ ਤੋਂ ਕਦੇ, ਬੋਲੋ ਸਾਰੇ, ਮੈਂ ਚਾਹੁੰਦਾ ਤੁਸੀਂ ਬੋਲੋ, ਕੀ ਹੋਵੇ ਭਲਾ? ਇਹ ਤੇਰੇ ਮੂੰਹ ਤੋਂ ਕਦੇ, ਮੂੰਹ ਤੋਂ ਕਦੇ ਵੱਖ ਨਾ ਹੋਵੇ ਦਾ ਮਤਲਬ ਕੀ ਹੈ? ਬੋਲੀਏ ਜੀ ਥੋੜਾ ਜਿਹਾ। ਤੁਸੀਂ ਵੀ ਕਾਫੀ ਸਮਾਂ ਹੋ ਗਿਆ ਤੁਹਾਨੂੰ ਸਿੱਖਦੇ ਹਨ, ਹਨਾ? ਤੇ ਦੱਸੋ ਥੋੜਾ ਥੋੜਾ, ਜੇ ਸਿੱਖਿਆ ਹੈ ਤੇ ਫਿਰ ਕੀ ਆ ਇਸ ਵਚਨ ਦਾ ਭੇਤ ਕਿ ਇਹ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਅਲੱਗ, ਤੇਰੇ ਮੂੰਹ ਤੋਂ ਅਲੱਗ ਨਾ ਹੋਵੇ। ਦਿਨ ਰਾਤ ਇਹਦੇ ਉੱਤੇ ਕੀ ਕਰਨਾ ਹੈ? ਬੋਲੋ ਸਾਰੇ ਨੇ, ਬੋਲੋ ਕੀ ਕਰਨਾ ਹੈ? ਇਹ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੇ ਅਲੱਗ ਨਾ ਹੋਵੇ, ਸਗੋਂ ਤੂੰ ਦਿਨ ਰਾਤ ਇਸ ਉੱਤੇ ਧਿਆਨ ਕਰ। ਹਾਲੇਲੂਇਆ। ਕਦੋਂ ਕਦੋਂ? ਕਦੇ ਕਦੇ, ਕਿ ਐਤਵਾਰ ਨੂੰ ਹੀ, ਕਿ ਐਤਵਾਰ ਸ਼ਾਮ ਨੂੰ ਹੀ? ਹਾਂਜੀ, ਇਹ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੇ ਅਲੱਗ ਨਾ ਹੋਵੇ, ਸਗੋਂ ਤੂੰ ਦਿਨ ਰਾਤ। ਅਯੂਬ ਦੀ ਮੈਨੂੰ ਗੱਲ ਬੜੀ ਜ਼ਬਰਦਸਤ ਲੱਗਦੀ। ਕਹਿੰਦਾ ਪਰਮੇਸ਼ਵਰ ਨੇ ਮੈਨੂੰ ਸਜ਼ਾ ਕਿਉਂ ਦਿੱਤੀ, ਮੈਨੂੰ ਸਮਝ ਨਹੀਂ ਆਉਂਦੀ। ਮੈਂ ਪਰਮੇਸ਼ਵਰ ਦਾ ਐਡਾ ਖੌਫ, ਐਡਾ ਭੈ ਮੰਨਣ ਵਾਲਾ ਆ ਕਿ ਲੋਕ ਤੇ ਸੁੱਧ ਬੁੱਧ ਦੇ ਵਿੱਚ ਗੁਨਾਹ ਕਰਦੇ ਆ, ਮੈਂ ਤੇ ਕਦੇ ਸੁਪਨੇ ਵਿੱਚ ਵੀ ਨਹੀਂ ਕੀਤਾ। ਮੈਂ ਕਦੇ ख्वाब ਦੇ ਵਿੱਚ ਵੀ, ਕੈਸਾ ਇਨਸਾਨ ਸੀ ਜਿਹੜਾ ਕਹਿੰਦਾ ख्वाब ਦੇ ਵਿੱਚ ਵੀ, ਜਦ ਕਿ ਇਨਸਾਨ ਦਾ ਉਹਦੇ ख्वाबां ਦੇ ਉੱਤੇ ਕੋਈ ਕੰਟਰੋਲ ਹੁੰਦਾ। ਪਰ ਜਿਹੜਾ ਮਨੁੱਖ ਦਿਨ ਰਾਤ ਉਹਦੀ ਵਿਵਸਥਾ ਦੇ ਉੱਤੇ ਧਿਆਨ ਰੱਖੂਗਾ, ਪਰਮੇਸ਼ਵਰ ख्वाबां ਦੇ ਵਿੱਚ ਵੀ ਉਹਦੇ ਨਾਲ ਪਵਿੱਤਰਤਾ ਦੇ ਵਿੱਚ ਖੜਾ ਹੋਊ। ਹਾਲੇਲੂਇਆ। ਉਹਨੂੰ ख्वाब ਵੀ ਕਦੇ ਬੁਰਾ ਆ ਸਕਦਾ, ਉਹਨੂੰ ख्वाब ਵੀ ਕਦੇ ਘਟੀਆ ਨਹੀਂ ਆ ਸਕਦਾ। ਜਿਹੜਾ ਦਿਨ ਰਾਤ ਉਹਦੀ ਵਿਵਸਥਾ ਦੇ ਵਿੱਚ ਮਗਨ ਰਹੂਗਾ, ਜਿਹੜਾ ਦਿਨ ਰਾਤ ਉਹਦੀ ਵਿਵਸਥਾ ਦੇ ਉੱਤੇ ਧਿਆਨ ਲਾਵੇਗਾ,
ਪਰਮੇਸ਼ਵਰ ਹਰ ਥਾਂ ਦੇ ਉੱਤੇ ਉਹਦੇ ਨਾਲ ਹੋਵੇਗਾ। ਉਹਦੇ ਜਾਗਣ ਦੇ ਵੇਲੇ, ਉਹਦੇ ਸੌਣ ਦੇ ਵੇਲੇ, ਉਹਦੇ ਚੱਲਣ ਦੇ ਵੇਲੇ, ਉਹਦੇ ਉੱਠਣ ਦੇ ਵੇਲੇ, ਹਰ ਜਗ੍ਹਾ ਪਰਮੇਸ਼ਵਰ ਉਹਦੀ ਅਗਵਾਈ ਕਰੇਗਾ। ਜਿਹੜਾ ਉਹਦੀ ਵਿਵਸਥਾ ਦੇ ਉੱਤੇ, ਜਿਹੜਾ ਉਹਦੀ ਆਦਤ ਦੇ ਉੱਤੇ ਦਿਨ ਰਾਤ ਧਿਆਨ ਕਰੇਗਾ। ਇਨਸਾਨ ਦੇ ਲਈ ਮੁਸ਼ਕਲ ਹੀ ਇਹੋ ਆ ਕਿ ਇਹਦੇ ਕੋ ਹੁੰਦਾ ਤੇ ਫਿਰ ਸਾਡੇ ਕੋਲ ਬਹਾਨਾ ਕੀ ਹੁੰਦਾ, ਨਹੀਂ ਜੀ ਕੰਮਕਾਰ ਬੜਾ, ਕੰਮ 'ਚ ਬੜਾ ਬਿਜੀ ਰਹਿੰਦੇ ਆ, ਕੰਮ 'ਚ ਬੜਾ ਫਸੇ ਰਹਿੰਦੇ ਆ, ਕੰਮ ਦੇ ਵਿੱਚ ਫਿਰ ਧਿਆਨ ਲੱਗਦਾ, ਕੰਮ ਦੇ ਵਿੱਚ ਧਿਆਨ ਨਹੀਂ ਲੱਗਦਾ। ਲੇਕਿਨ ਜਿਹੜਾ ਵਿਵਸਥਾ ਨੂੰ ਸਮਝ ਗਿਆ, ਉਹ ਕੰਮ ਕਰਦਾ ਕਰਦਾ ਵੀ ਧਿਆਨ ਰੱਖਦਾ ਹੈ। ਹਾਲੇਲੂਇਆ। ਉਹ ਕੰਮ ਕਰਦੇ ਵੇਲੇ ਵੀ ਕੀ ਰੱਖਦਾ ਆ? ਧਿਆਨ ਰੱਖਦਾ। ਉਹਨੂੰ ਜਿਹੜਾ ਕੰਮ ਵੀ ਮਿਲਿਆ ਆ, ਉਸ ਕੰਮ ਨੂੰ ਵੀ ਵਿਵਸਥਾ ਦੇ ਵਿੱਚ ਰਹਿ ਕੇ ਪੂਰਾ ਕਰਦਾ। ਹਾਲੇਲੂਇਆ। ਮੈਨੂੰ ਯਾਦ ਆ, ਪਾਸਟਰ ਸਾਹਿਬ ਦੇ ਕੋਲ ਇੱਕ ਵਾਰੀ ਇੱਕ ਲੜਕੀ ਆ ਗਈ ਪ੍ਰਾਰਥਨਾ ਕਰਾਉਣ ਵਾਸਤੇ, ਤੇ ਕਹਿੰਦੀ ਪਾਸਟਰ ਜੀ ਪ੍ਰਾਰਥਨਾ ਕਰ ਦਿਓ ਵੀ ਮੈਂ ਕਲਾਸ ਦੇ ਵਿੱਚੋਂ ਫਸਟ ਆਵਾਂ। ਕੀ ਆਵਾਂ ਜੀ? ਕਲਾਸ ਦੇ ਵਿੱਚੋਂ ਪ੍ਰਾਰਥਨਾ ਕਰੋ। ਪਾਸਟਰ ਜੀ ਦੀ ਡਿਊਟੀ ਹੈ, ਪ੍ਰਾਰਥਨਾ ਕਰੋ ਕਾਹਦੇ ਵਾਸਤੇ? ਕਿ ਮੈਂ ਕਲਾਸ ਦੇ ਵਿੱਚੋਂ ਫਸਟ ਆਵਾਂ, ਪਾਸ ਵੀ ਨਹੀਂ ਇਕੱਲਾ, ਕੀ ਆਵਾਂ? ਤੇ ਪਾਸਟਰ ਕਹਿੰਦੇ ਵੀ ਫਸਟ ਆਉਣ ਦੇ ਲਈ ਪ੍ਰਾਰਥਨਾ ਦੀ ਲੋੜ ਨਹੀਂ ਹੈ। ਕੀ ਹੈ ਭਲਾ? ਫਸਟ ਆਉਣ ਦੇ ਲਈ ਪ੍ਰਾਰਥਨਾ ਦੀ ਲੋੜ, ਉਹਦੇ ਲਈ ਤੇ ਪੜ੍ਹਾਈ ਦੀ ਲੋੜ ਆ। ਹਾਲੇਲੂਇਆ। ਕਹਿੰਦੀ ਮੈਂ ਇਸੇ ਕਰਕੇ ਪ੍ਰਾਰਥਨਾ ਕਰਾਉਣ ਦੇ ਲਈ ਆਈ ਹਾਂ। ਤੇ ਪਾਸਟਰ ਪੁੱਛਦੇ ਪੜ੍ਹਾਈ ਨਹੀਂ ਕੀਤੀ? ਕਹਿੰਦੀ ਪੜ੍ਹਾਈ ਤੇ ਛੱਡੋ, ਮੈਂ ਐਗਜ਼ਾਮ ਦੇ ਵਿੱਚ ਵੀ ਨਹੀਂ ਬੈਠੀ। ਮੈਂ ਪੇਪਰ ਦੇਣ ਗਈ ਨਹੀਂ ਗੀ, ਤੇ ਦੁਆ ਕਰ ਦਿਓ ਮੈਂ ਕੀ ਆਵਾਂ? ਪਾਸਟਰ ਕਹਿੰਦੇ ਸੋਚਿਆ ਕਿੱਦਾਂ ਤੂੰ ਵੀ ਤੂੰ ਫਸਟ ਆਵੇਂ? ਤੇ ਅੱਗੇ ਉਹ ਵਚਨ ਦਾ ਸਹਾਰਾ ਲੈਂਦੀ, ਕਹਿੰਦੀ ਇਹਦੇ ਵਿੱਚ ਲਿਖਿਆ ਈਮਾਨ ਦੇ ਨਾਲ ਜੋ ਕੁਝ ਮੰਗੋਗੇ ਮਿਲ ਜਾਵੇਗਾ। ਸਦਕੇ ਜਾਈਏ ਤੁਹਾਡੇ, ਹੈ ਈਮਾਨ ਦੇ ਨਾਲ ਮੰਗੋ ਤੇ ਸਭ ਕੁਝ ਇਹਦੇ ਵਿੱਚ ਹੀ ਲਿਖਿਆ। ਈਮਾਨ ਦੇ ਵਿੱਚ ਬਣਿਆ ਉਹੀ ਰਹਿ ਸਕਦਾ ਆ ਜਿਹੜਾ ਇਹਦੇ ਉੱਤੇ ਦਿਨ ਰਾਤ ਧਿਆਨ ਲਾਉਂਦਾ ਹੋਵੇ। ਹਾਲੇਲੂਇਆ। ਤੇ ਇਹਦੇ ਵਿੱਚ ਹੀ ਲਿਖਿਆ ਜਿਹੜਾ ਕੰਮ ਤੈਨੂੰ ਦਿੱਤਾ ਉਹਨੂੰ ਇਮਾਨਦਾਰੀ ਤੇ ਵਫਾਦਾਰੀ ਦੇ ਨਾਲ ਕਰੀ। ਹਾਲੇਲੂਇਆ। ਸੋ ਕਦੀ ਕਦੀ ਇਦਾਂ ਵੀ ਹੁੰਦਾ, ਲੇਕਿਨ ਅਸੀਂ ਸਮਝਣਾ ਆ ਵਚਨ ਦੀ ਗਹਿਰਾਈ ਨੂੰ ਕਿ ਕਾਮਯਾਬ ਉਹੀ ਹੋਵੇਗਾ ਜਿਹੜਾ ਦਿਨ ਰਾਤ ਉਹਦੀ ਵਿਵਸਥਾ ਦੇ ਵਿੱਚ ਮਗਨ ਰਹੇਗਾ, ਜਿਹੜਾ ਦਿਨ ਰਾਤ ਉਹਦੀ ਆਦਤ ਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਚਲਾਵੇਗਾ। ਭਾਵੇਂ ਕੰਮ ਤੇ ਹੋਵੇ, ਕੰਮ ਤੇ ਤੁਹਾਡੇ ਹੱਥ ਕਰ ਰਹੇ ਨਾ, ਜ਼ੁਬਾਨ ਤੇ ਨਹੀਂ ਕਰਦੀ ਵੀ ਕੰਮ, ਉਹਦੇ ਨਾਲ ਤੁਸੀਂ ਧੰਨਵਾਦ ਉੱਥੇ ਵੀ ਕਰ ਸਕਦੇ ਹੋ। ਹਾਲੇਲੂਇਆ। ਕਈ ਮੈਂ ਭੈਣਾਂ ਨੂੰ ਦੇਖਿਆ ਜਿਹੜੀਆਂ ਆਤਮਿਕ ਜੀਵਨ ਜਿਉਂਦੀਆਂ, ਉਹ ਆਟਾ ਗੁੰਨਦੀਆਂ ਵੀ ਪ੍ਰਾਰਥਨਾ ਕਰਦੀਆਂ, ਉਹ ਰੋਟੀ ਲਾਉਂਦੀਆਂ ਵੀ ਪ੍ਰਾਰਥਨਾ ਕਰਦੀਆਂ, ਉਹ ਘਰ ਦੇ ਵਿੱਚ ਪੋਚਾ ਮਾਰਦੀਆਂ ਵੀ ਰੱਬ ਨੂੰ ਉਹ ਹਰ ਵੇਲੇ ਧਿਆਉਂਦੀਆਂ ਆ, ਯਾਦ ਰੱਖਦੀਆਂ ਆ। ਸੋ ਇਹ ਬਹਾਨੇ ਹੁੰਦੇ ਆ ਕਿ ਮੇਰੇ ਕੋਲ ਪ੍ਰਾਰਥਨਾ ਦਾ ਟਾਈਮ ਨਹੀਂ ਸੀ, ਮੇਰੇ ਕੋਲ ਵਚਨ ਪੜ੍ਹਨ ਦਾ ਟਾਈਮ ਨਹੀਂ ਸੀ, ਮੇਰੇ ਕੋਲ ਉਹਦੇ ਵਚਨ ਤੇ ਧਿਆਨ ਲਾਉਣ ਦਾ ਟਾਈਮ ਨਹੀਂ ਸੀ। ਇਹ ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਲ ਚੱਲਣਾ ਨਹੀਂ, ਜਿਨ੍ਹਾਂ ਨੂੰ ਪਰਮੇਸ਼ਵਰ ਦੀ ਆਦਤ ਸਮਝ ਨਹੀਂ ਆਈ, ਉਹਨਾਂ ਦੇ ਲਈ ਇਹ ਬਹਾਨੇ ਆ। ਲੇਕਿਨ ਜਿਨ੍ਹਾਂ ਨੂੰ ਆਦਤ ਸਮਝ ਆ ਗਈ, ਉਹ ਦਿਨ ਰਾਤ ਉਹਦੇ ਵਿੱਚ ਮਗਨ ਰਹਿੰਦੇ ਆ। ਹਾਲੇਲੂਇਆ। ਸਗੋਂ ਦਿਨ ਰਾਤ ਇਸ ਉੱਤੇ ਧਿਆਨ ਕਰ, ਤਾਂ ਜੋ ਉਸ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ, ਕਿਹਦੇ ਅਨੁਸਾਰ? ਤਾਂ ਜੋ ਉਸ ਅਨੁਸਾਰ ਜੋ ਉਹਦੇ ਵਿੱਚ ਲਿਖਿਆ ਤੂੰ ਚੱਲੇ ਅਤੇ ਉਸ ਨੂੰ ਪੂਰਾ ਕਰੇ, ਤਾਂ ਤੂੰ ਆਪਣੇ ਮਾਰਗ ਨੂੰ ਸਫਲ ਬਣਾਵੇਂਗਾ। ਹਾਲੇਲੂਇਆ। ਕੀ ਕਰੇਗਾ?
ਫਿਰ ਤੂੰ ਆਪਣੇ ਮਾਰਗ ਨੂੰ, ਜਿਹੜਾ ਵੀ ਕੰਮ ਤੈਨੂੰ ਦਿੱਤਾ, ਆਏ ਨਾ ਚੁੰਗੀ ਲੈਣ ਵਾਲੇ ਵੀ, ਸਿਪਾਹੀ ਵੀ ਆਏ, ਤੇ ਪ੍ਰਭੂ ਯਿਸੂ ਮਸੀਹ ਨੂੰ ਕਹਿੰਦੇ ਆ ਕੇ ਵੀ ਸਾਡਾ ਤੇ ਕੰਮ ਹੀ ਇਦਾਂ ਦਾ ਆ ਜਿਹਦੇ ਵਿੱਚ ਧਰਮ 'ਚ ਬਣੇ ਰਹਿਣਾ ਔਖਾ, ਤੇ ਤੂੰ ਸਾਨੂੰ ਦੱਸ ਵੀ ਕੀ ਕਰੀਏ। ਤੇ ਉੱਥੇ ਵੀ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਇਹੋ ਹੀ ਹੁਕਮ ਦਿੱਤਾ ਸੀ। ਹਾਲੇਲੂਇਆ। ਬਹਾਨੇਬਾਜ਼ੀ ਨਹੀਂ, ਮਸੀਹ ਦੇ ਵਿੱਚ ਕੋਈ ਬਹਾਨਾ। ਇਹ ਜਿਹੜੀ ਅਮਰੀਕਾ ਦਾ ਕਾਨੂੰਨ ਹੈ ਨਾ, ਇਹ ਕਾਫੀ ਸਾਰਾ ਬਾਈਬਲ ਦੇ ਅਨੁਸਾਰ ਹੀ ਹੈ। ਇੱਥੇ ਤੁਸੀਂ ਤੇਜ਼ ਸਪੀਡ ਦੇ ਵਿੱਚ ਜਾਂਦੇ ਹੋ, ਪੁਲਿਸ ਰੋਕ ਲਵੇ, ਤੇ ਜੇ ਜਾਂਚ ਛਡਾਉਣੀ ਹੋਵੇ ਤਾਂ ਕੀ ਕਹੋਗੇ? ਹਾਂਜੀ, ਸਾਡੇ ਵੱਡੇ ਭਾਜੀ ਸਾਹਿਬ ਨੂੰ ਇੱਕ ਵਾਰੀ ਟਿਕਟ ਮਿਲ ਗਈ, ਤੇ ਉਹਨਾਂ ਦੇ ਖਾਸ ਦੋਸਤ ਵੀ ਉਹਨਾਂ ਦੇ ਨਾਲ ਸੀਗੇ, ਚੌਧਰੀ ਸਾਹਿਬ ਵੀ, ਤੇ ਇਹਨਾਂ ਨੇ ਬਹਾਨਾ ਕੀ ਲਾਇਆ ਪੁਲਿਸ ਵਾਲਿਆਂ ਕੋ, ਕਹਿੰਦੇ ਜੀ ਵੀ ਚੌਧਰੀ ਸਾਹਿਬ ਨੂੰ ਸ਼ੂਗਰ ਦੀ ਪ੍ਰੋਬਲਮ ਆ, ਤੇ ਉਹਨਾਂ ਦੀ ਸ਼ੂਗਰ ਘਟ ਗਈ ਸੀਗੀ। ਕੀ ਕਹਿੰਦੇ ਭਲਾ? ਸ਼ੂਗਰ ਉਹਨਾਂ ਦੀ ਘਟ ਗਈ ਸੀਗੀ, ਤੇ ਇਸ ਕਰਕੇ ਮੈਂ ਜਲਦੀ ਉਹਨਾਂ ਨੂੰ ਲੈ ਕੇ ਜਾ ਰਿਹਾ ਸੀ। ਉਹ ਕਹਿੰਦੇ ਉਹਦੀ ਸ਼ੂਗਰ ਘਟ ਗਈ, ਲੋਕਾਂ ਦੀ ਗੱਲ ਹੀ ਘਟਾਉਣ ਦੇ। ਜੇ ਸ਼ੂਗਰ ਘਟ ਗਈ ਸੀਗੀ ਤੇ ਐਂਬੂਲੈਂਸ ਨੂੰ ਫੋਨ ਕਰਦੇ। ਸੋ ਬਹਾਨਾ ਚੱਲਦਾ, ਬਹਾਨਾ ਕੋਈ ਨਹੀਂ। ਉਸੇ ਤਰ੍ਹਾਂ ਪਰਮੇਸ਼ਵਰ ਦੀ ਵਿਵਸਥਾ ਦੇ ਵਿੱਚ ਵੀ ਕੋਈ ਬਹਾਨਾ, ਇੱਥੇ ਕੋਈ ਬਹਾਨਾ ਨਹੀਂ ਚੱਲਣਾ ਵੀ ਮੈਂ ਏਦਾਂ ਸੀ ਤੇ ਆਹ ਨਹੀਂ ਹੋਇਆ, ਮੈਂ ਏਦਾਂ ਸੀ ਤੇ ਆਹ ਨਹੀਂ ਹੋਇਆ। ਕਈ ਕਹਿੰਦੇ ਆ ਮੈਂ ਬਿਮਾਰ ਸੀ ਤੇ ਮੇਰੇ ਕੋਲ ਦਵਾ ਨਹੀਂ ਹੋਈ। ਵੀ ਕਮਲਿਆ, ਬਿਮਾਰੀ ਦੇ ਵਿੱਚ ਤੇ ਦਵਾ ਹੁੰਦੀ ਹੈ। ਵਚਨ 'ਚ ਲਿਖਿਆ, ਚੰਗਾ ਹੋਇਆ ਮੇਰੇ ਤੇ ਮੁਸੀਬਤ ਆਈ ਤਾਂ ਜੋ ਮੈਂ ਤੇਰੀ ਵਿਵਸਥਾ ਨੂੰ, ਤੇਰੀਆਂ ਵਿਧੀਆਂ ਨੂੰ ਜਾਣ ਸਕਾਂ। ਚੰਗਾ ਹੋਇਆ। ਤੇ ਅਸੀਂ ਕਹਿੰਦੇ ਮਾੜਾ ਹੋਇਆ, ਬਿਮਾਰੀ, ਇਹ ਕੰਮ ਛੁੱਟ ਗਿਆ, ਘਰ ਬਹਿਣਾ ਪੈ ਗਿਆ, ਨੁਕਸਾਨ ਹੋ ਗਿਆ। ਲੇਕਿਨ ਵਚਨ ਕੀ ਕਹਿੰਦਾ? ਚੰਗਾ ਹੋਇਆ ਮੇਰੇ ਉੱਤੇ ਵਿਪਤਾ ਆਈ, ਮੇਰੇ ਉੱਤੇ ਮੁਸੀਬਤ ਆਈ, ਤਾਂ ਕਿ ਮੈਂ ਤੇਰੀਆਂ ਵਿਧੀਆਂ ਨੂੰ, ਤੇਰੇ ਕਾਨੂੰਨਾਂ ਨੂੰ ਕੀ ਕਰ ਸਕਾਂ? ਹਾਲੇਲੂਇਆ। ਸੋ ਦਿਨ ਰਾਤ ਪਰਮੇਸ਼ਰ ਕਹਿੰਦਾ ਜੇ ਤੂੰ ਭਲਾ ਕਰੇ, ਕਾਇਨ ਦੇ ਕੋਲ ਬਹਾਨਾ ਬੜਾ। ਜਿੱਦਾਂ ਅੱਜ ਸਾਡੇ ਕੋਲ ਬਹਾਨੇ ਆ, ਉਹਦੇ ਕੋਲ ਵੀ ਬਹਾਨੇ। ਖਿੱਚਦਾ ਆ ਭਰਾ ਦੇ ਨਾਲ, ਤੇ ਖਿੱਚਣ ਦਾ ਕਾਰਨ ਵੀ ਅਸੀਂ ਸਮਝਦੇ ਹਾਂ। ਅੱਜ ਅਸੀਂ ਸਿੱਖਾਂਗੇ ਕਾਇਨ ਦੇ ਉੱਤੇ ਥੋੜੀ ਦੇਰ ਦੇ ਲਈ। ਇਹਦਾ ਜਨਮ, ਇਹਦੀ ਪਰਵਰਿਸ਼ ਔਰ ਇਹਦੀ ਭੇਂਟ ਦਾ ਨਾਂ ਕਬੂਲ ਹੋਣਾ, ਉਹਦੇ ਪਿੱਛੇ ਦੀ ਜਿਹੜੀ ਵਜ੍ਹਾ ਹੈ ਉਹ ਸਮਝਾਂਗੇ। ਪੜਾਂਗੇ ਉਤਪਤੀ ਦੀ ਕਿਤਾਬ 4 ਅਧਿਆਏ, ਉਹਦੀ 1 ਆਇਤ। ਸਭ ਤੋਂ ਪਹਿਲਾਂ ਇਹਦੀ ਪੈਦਾਇਸ਼ ਨੂੰ ਸਮਝਾਂਗੇ, ਤਾਂ ਕਿ ਫਿਰ ਅੱਗੋਂ ਇਹਦੀ ਆਦਤ ਨੂੰ ਸਮਝਾਂਗੇ। ਫਿਰ ਪੰਜਾਬੀ ਪੜੋ ਜਰਾ ਇੱਕ ਵਾਰੀ ਜੀ। ਅਤੇ ਉਹ ਗਰਭਣੀ ਹੋਈ ਅਤੇ ਕਾਇਨ ਨੂੰ ਜਣੀ, ਤਾਂ ਉਹਨੇ ਆਖਿਆ ਕਿ ਮੈਂ ਇੱਕ ਮਨੁੱਖ ਯਹੋਵਾ ਕੋਲੋਂ। ਇੱਥੇ ਕਿ ਰੁਕੋ, ਜਿਹੜਾ ਜਿੱਥੋਂ ਆਪਣੇ ਤਦ ਉਹਨੇ ਆਖਿਆ, ਅਗਲੇ ਸ਼ਬਦ ਤੇ ਰੁਕੋ, ਕੋਮਾ ਪਾਈ ਹੋਈ ਉਹਦੇ ਵਿੱਚ ਉਹਨਾਂ ਰੁਕਣ ਦੇ ਲਈ ਵੀ। ਅਤੇ ਉਹ ਗਰਭਣੀ ਹੋਈ ਅਤੇ ਕਾਇਨ ਨੂੰ ਜਣੀ, ਤਾਂ ਉਹਨੇ ਆਖਿਆ। ਹਾਂਜੀ, ਇੱਥੇ ਰੁਕਣਾ ਹੁੰਦਾ। ਜਿੱਥੇ ਕੋਮਾ ਆਵੇ ਉੱਥੇ ਕੀ ਕਰਨਾ ਭਲਾ? ਉੱਥੇ ਕੋਈ ਖਾਸ ਗੱਲ ਹੋਣ ਲੱਗੀ ਆ। ਹਾਲੇਲੂਇਆ। ਇੱਥੇ ਕੀ ਹੋਣ ਲੱਗਾ ਭਲਾ? ਉਹ ਐਵੇਂ ਨਹੀਂ ਉੱਥੇ ਕੋਮਾ ਪਾਈ ਉਹਨਾਂ ਨੇ। ਉਹਦੇ ਮਤਲਬ ਆ, ਕੋਮਾ ਤੋਂ ਬਾਅਦ ਇੱਕ ਗੱਲ ਆ, ਇੱਕ ਸ਼ਬਦ ਆਇਆ। ਕੀ ਸ਼ਬਦ ਆਇਆ ਜੀ ਭਲਾ? ਬਸ ਇੱਥੇ ਆ ਜਾਓ। ਕੀ ਸ਼ਬਦ ਆਇਆ? ਜਦੋਂ ਆਦਮ ਨੂੰ ਕਿਹਾ ਨਾ, ਇਹ ਆਦਮ ਤੂੰ ਕਿੱਥੇ ਆ, ਤੇ ਉਦੋਂ ਉਹ ਵੀ ਕੀ ਕਹਿੰਦਾ? ਮੈਂ ਤੇਰੀ ਆਵਾਜ਼ ਸੁਣ ਕੇ, ਕਿਉਂ ਜੋ ਮੈਂ, ਇਸ ਲਈ ਮੈਂ ਆਪਣੇ ਆਪ ਨੂੰ ਤੇਰੇ ਕੋਲੋਂ। ਤੇ ਹੁਣ ਹਵਾ ਦੀ ਬਾਰੀ ਆਈ ਆ, ਤੇ ਕੀ ਕਹਿੰਦੀ ਭਲਾ? ਮੈਂ। ਕੀ ਆਇਆ ਜੀ? ਸ਼ਬਦ ਕੀ ਆਇਆ? ਹੁਣ ਉਹਨੇ ਆ ਅਸਲੀ ਗੱਲ ਦੇ ਉੱਤੇ ਕਹਿੰਦੀ, ਮੈਂ ਇੱਕ ਮਨੁੱਖ ਪਰਮੇਸ਼ਵਰ ਦੇ ਕੋਲੋਂ, ਯਹੋਵਾ ਦੇ ਕੋਲੋਂ ਕੀ ਕੀਤਾ ਆ? ਮੈਂ ਇੱਕ ਮਨੁੱਖ ਯਹੋਵਾ ਦੇ ਕੋਲੋਂ ਪ੍ਰਾਪਤ ਕੀਤਾ। ਕਿਹਨੇ ਕੀਤਾ? ਬੋਲੋ। ਤੁਸੀਂ ਘਬਰਾ ਜਾਂਦੇ ਹੋ ਨਾ ਜਲਦੀ। ਗੱਲ ਕੁਛ ਨਹੀਂ ਗੀ, ਇਹ ਵੀ ਉਹ ਜਿੱਦਾਂ ਸਸਪੈਂਸ ਜਿਹਾ ਨਹੀਂ ਪਾਈਦਾ।
ਇਹ ਉਹੀ ਸਮਝਿਆ ਕਰੋ। ਕੀ ਹੈ ਭਲਾ? ਮੈਂ ਯਹੋਵਾ ਦੇ ਕੋਲੋਂ ਇੱਕ ਮਨੁੱਖ। ਤੇ ਇਸ ਵਚਨ 'ਚ ਕੀ ਲਿਖਿਆ? ਬੱਚੇ ਬੋਲੋ ਸਾਰੇ ਨੇ, ਕੀ ਲਿਖਿਆ ਭਲਾ? ਇਹ ਪਰਮੇਸ਼ਵਰ ਦੀ ਬਖਸ਼ਿਸ਼ ਹੈ। ਕੀ ਹੈ ਭਲਾ? ਤੇ ਇਹ ਕੀ ਕਹਿੰਦੀ ਭਲਾ? ਹਾਂਜੀ, ਮੈਂ ਪ੍ਰਾਪਤ ਕੀਤਾ। ਅੱਜ ਵੀ ਆ ਜਿਹੜੇ ਵਿਚਾਰੇ ਕਮਲੇ ਜਿਹੇ ਹੋਏ ਫਿਰਦੇ ਨਾ, ਇਹਨਾਂ ਦੇ ਵਿੱਚ ਵੀ ਇਹ ਚੀਜ਼ ਹੈ। ਕੀ ਭਲਾ? ਮੈਂ ਬੜੀ ਦੁਆ ਕੀਤੀ ਤਾਂ ਬਿਮਾਰ ਚੰਗਾ ਹੋਇਆ, ਮੈਂ ਬੜੀ ਦੁਆ ਕੀਤੀ ਤਾਂ ਤੇਰਾ ਵੀਜ਼ਾ ਲੱਗਾ, ਮੈਂ ਬੜੀ ਦੁਆ ਕੀਤੀ ਤਾਂ ਤੇਰਾ ਘਰ ਬਣਿਆ, ਮੈਂ ਬੜੀ ਦੁਆ ਕੀਤੀ ਤਾਂ ਤੈਨੂੰ ਬਰਕਤ ਮਿਲੀ, ਮੈਂ ਬੜੀ ਦੁਆ ਕੀਤੀ। ਤੇ ਕਈ ਵਾਰੀ ਅਗਲੇ ਫਿਰ ਖਿੱਚ ਕੇ ਕਹਿ ਦਿੰਦੇ ਆ, ਪੈ ਜਾਂਦੇ ਕਿਉਂ? ਉਹ ਕਹਿੰਦੇ ਅੱਗੇ ਵਾਸਤੇ ਨਾ ਕਰਿਓ। ਸਾਡੇ ਭਾਈ ਸਾਹਿਬ ਵੀ ਬੈਠੇ, ਜੱਟ ਸਾਹਿਬ ਵੀ, ਇਹਨਾਂ ਦੇ ਵੀ ਇੱਕ ਵਾਰੀ ਪਾਸਟਰ ਸਾਹਿਬ ਨੇ ਇਹਨਾਂ ਨੂੰ ਫੋਨ ਕੀਤਾ ਖਿੱਚ ਕੇ, ਕਹਿੰਦੇ ਅਮਰੀਕਾ ਜਾ ਕੇ ਭੁੱਲ ਗਿਆ ਨਾ, ਦਸ਼ਮਾਸ਼ ਕਿਹਨੇ ਭੇਜਣਾ? ਅਸੀਂ ਦੁਆ ਕਰਕੇ ਭੇਜਿਆ ਸੀ। ਕੀ ਹੈ ਭਲਾ? ਬੋਲੋ ਜੀ, ਕੀ ਕੀਤਾ ਇਹ? ਅਸੀਂ ਦੁਆ ਕਰਕੇ ਭੇਜਿਆ ਸੀ, ਹੁਣ ਉੱਥੇ ਜਾ ਕੇ ਭੁੱਲ ਨਾ ਜਾਈ। ਤੇ ਕੋ ਭਾਈ ਸਾਹਿਬ ਸਾਡੇ ਪਿੱਛੇ ਬੈਠੇ ਆ, ਉਹਨਾਂ ਨੂੰ ਵੀ ਫੋਨ ਆਇਆ ਸੀ, ਕਹਿੰਦੇ ਜੇ ਦੁਆ ਕਰਕੇ ਅਸੀਂ ਭੇਜ ਸਕਦੇ ਆ ਨਾ, ਜੇ ਭੇਜ ਸਕਦੇ ਆ ਤੇ ਫਿਰ ਬੁਲਾ ਵੀ। ਤੇ ਇਹਨਾਂ ਨੂੰ ਵੀ ਭਾਈ ਸਾਹਿਬ ਨੂੰ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਵੀ ਇਹ ਉਸ ਥਾਂ ਦੇ ਉੱਤੇ ਪਹੁੰਚ ਗਏ ਸੀ ਜਿੱਥੇ ਵੀ ਡਰ ਡੂਰ ਆਪਾਂ ਚੱਕ ਦੇਈਦਾ ਬੰਦੇ ਦਾ। ਹਾਲੇਲੂਇਆ। ਨਹੀਂ ਤੇ ਇਹਨਾਂ ਨੂੰ ਨੀਂਦ ਨਹੀਂ ਸੀ ਆਉਣੀ, ਇਹਨਾਂ ਨੂੰ ਡਰ ਪੈ ਜਾਣਾ ਸੀ ਕਿਤੇ ਸੱਚੀ ਮੁੱਚੀ ਉਲਟੀ ਗਿਣਤੀ ਸ਼ੁਰੂ ਨਾ ਹੋ ਜਾਵੇ। ਤੇ ਮੈਂ ਕਿਹਾ ਕੋਈ ਗੱਲ ਨਹੀਂ, ਚਿੰਤਾ ਨਾ ਕਰੋ, ਵਾਪਸ ਨਹੀਂ ਜਾਣ ਦਿੰਦੇ। ਹਾਲੇਲੂਇਆ। ਐਸਾ ਵਚਨ ਜੈਸਾ ਖੁਦਾ ਚਾਹੁੰਦਾ ਆ, ਜਦੋਂ ਬੰਦੇ ਨੂੰ ਮਿਲ ਜਾਂਦਾ ਆ ਤੇ ਫਿਰ ਇਹਨਾਂ ਭਰਮਾਂ ਦੇ ਉੱਤੋਂ ਉੱਠ ਜਾਂਦਾ। ਹਾਲੇਲੂਇਆ। ਕਦੀ ਵੀ ਯਾਦ ਰੱਖਿਓ, ਜੇ ਪਿੱਛੋਂ ਕੋਈ ਦੁਆ ਕਰਕੇ ਕਵੇ ਨਾ ਵੀ ਅਸੀਂ ਭੇਜਿਆ ਸੀ ਤੈਨੂੰ ਦੁਆ ਕਰਕੇ, ਜਾਂ ਸਾਡੀ ਦੁਆ ਦੇ ਨਾਲ ਤੂੰ ਗਿਆ ਸੀਗਾ, ਉਦਣ ਹੀ ਉਸ ਪਾਸਟਰ ਦੇ ਨਾਮ ਨੂੰ ਲਿਖ ਕੇ ਤੇ ਉੱਤੇ ਕਾਂਟਾ ਮਾਰ ਦਿਓ, ਕਿਉਂਕਿ ਖੁਦਾ ਦਾ ਨਹੀਂ ਹੈ। ਇਹ ਕੀ ਹੈ ਭਲਾ? ਸਹੀ ਗੱਲ ਹੈ। ਇਹ ਕੀ ਆ? ਇਹ ਰੌਂਗ ਨੰਬਰ। ਇਹ ਖੁਦਾ ਦਾ ਦਾਸ ਨਹੀਂ ਹੋ ਸਕਦਾ ਜਿਹੜਾ ਫੋਨ ਕਰਕੇ ਕਵੇ ਕਿ ਮੈਂ ਦੁਆ ਕਰਕੇ ਭੇਜਿਆ ਸੀ, ਮੈਂ ਕੀਤੀ ਸੀ ਤੇ ਤੂੰ ਗਿਆ ਸੀ, ਹੁਣ ਤੂੰ ਮੈਨੂੰ ਚੇਤੇ ਰੱਖੀ ਤੇ ਇਮਾਨਦਾਰੀ ਦੇ ਨਾਲ ਭੇਜੀ ਜਾਈ। ਤੇ ਇਹ ਮੈਂ ਤੁਹਾਨੂੰ ਇਸ ਕਰਕੇ ਨਹੀਂ ਮਨਾ ਕਰ ਰਿਹਾ ਵੀ ਮੈਨੂੰ ਦੇਈ ਜਾਈਓ। ਕਈ ਵਾਰੀ ਅਗਲੇ ਉਲਟਾ ਮਤਲਬ ਕਰ ਲੈਂਦੇ, ਕਹਿੰਦੇ ਸਾਡਾ ਬੰਦ ਕਰਾ ਕੇ ਆਪਣਾ ਲੈਣਾ ਹੈ ਨਾ। ਇਦਾਂ ਦੀ ਵੀ ਕੋਈ ਗੱਲ, ਐਸੀ ਵੀ ਗੱਲ ਨਹੀਂ ਹੈ। ਲੇਕਿਨ ਬਰੀਕੀ ਨੂੰ ਸਮਝਣਾ ਆ। ਇਹ ਚਲੋ ਅੱਗੇ ਆਉਂਦੇ ਆ। ਦੁਨੀਆ ਵਿੱਚ ਸਭ ਤੋਂ ਪਹਿਲਾ ਮਨੁੱਖ ਜਿਹੜਾ ਜਨਮਿਆ ਉਹਦਾ ਨਾਮ ਕੀ ਸੀ? ਹਾਂਜੀ, ਤੇ ਇਸ ਧਰਤੀ ਉੱਤੇ ਜਨਮ ਲੈਣ ਵਾਲਾ ਪਹਿਲਾ ਮਨੁੱਖ ਕੌਣ ਸੀ? ਬੋਲੋ ਸਾਰੇ, ਕੌਣ ਸੀਗਾ? ਇਸ ਧਰਤੀ ਉੱਤੇ ਪਹਿਲਾ ਮਨੁੱਖ ਜਿਹਨੇ ਜਨਮ ਲਿਆ ਉਹ ਕੌਣ ਸੀਗਾ? ਕਾਇਨ ਸੀਗਾ। ਕਿਉਂਕਿ ਆਦਮ ਤੇ ਹਵਾ ਦਾ ਜਨਮ ਨਹੀਂ ਹੋਇਆ, ਆਦਮ ਤੇ ਹਵਾ ਨੂੰ ਪਰਮੇਸ਼ਵਰ ਨੇ ਬਣਾਇਆ ਸੀ। ਹਾਲੇਲੂਇਆ। ਲੇਕਿਨ ਜਨਮ ਕਿਹਦਾ ਹੋਇਆ? ਇਸ ਧਰਤੀ ਦੇ ਉੱਤੇ ਪਹਿਲਾ ਮਨੁੱਖ ਜਿਹਨੇ ਜਨਮ ਲਿਆ ਉਹਦਾ ਨਾਮ ਕਾਇਨ ਸੀ। ਔਰ ਇਸ ਕਾਇਨ ਦੀ ਥੋੜੀ ਜਿਹੀ ਬਰੀਕੀ ਨੂੰ ਸਮਝਣਾ, ਅਸੀਂ ਇੱਕ ਹੋਰ ਆਇਤ ਪੜ੍ਹਦੇ ਹਾਂ, ਉਤਪਤੀ ਦੀ ਕਿਤਾਬ, ਉਹਦਾ 3 ਅਧਿਆਏ, ਉਹਦੀ ਅਸੀਂ ਪੜਾਂਗੇ ਆਇਤ 3 ਅਧਿਆਏ ਉਹਦੀ 15 ਆਇਤ ਪੜ੍ਹੀਏ। 3 ਅਧਿਆਏ 15 ਆਇਤ। ਅਤੇ ਤੇਰੇ
ਪੜੋ ਪੜੋਗੇ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹਦੀ ਅੱਡੀ ਨੂੰ ਡੰਗ ਮਾਰੇਗਾ। ਹਾਂਜੀ, ਪਰਮੇਸ਼ਵਰ ਨੇ ਇੱਕ ਸਰਾਪ ਦਿੱਤਾ ਕਿਹਨੂੰ? ਜਿਹਨੇ ਹਵਾ ਨੂੰ ਭਰਮਾਇਆ। ਭਰਮਾਉਣ ਤੋਂ ਬਾਅਦ ਹਵਾ ਜਾਣ ਗਈ ਸੀ ਇਹ ਕੌਣ ਆ। ਸੱਪ ਸ਼ੈਤਾਨ ਨਹੀਂ ਸੀ। ਸੱਪ ਨੂੰ ਜਿਹਨੇ ਇਸਤੇਮਾਲ ਕੀਤਾ ਸੀ ਉਹਦੀ ਪਹਿਚਾਣ ਉਹਨੂੰ ਹੋ ਗਈ ਸੀ। ਔਰ ਹੁਣ ਸਰਾਪ ਦੋਨਾਂ ਦੇ ਉੱਤੇ ਆ ਰਿਹਾ, ਸੱਪ ਦੇ ਉੱਤੇ ਵੀ ਤੇ ਸ਼ੈਤਾਨ ਦੇ ਉੱਤੇ ਵੀ। ਤੇ ਕਹਿੰਦਾ ਮੈਂ ਤੇਰੇ ਵਿੱਚ ਤੇ ਤੀਵੀਂ ਦੀ ਸੰਤਾਨ ਦੇ ਵਿੱਚ ਵੈਰ ਪਾਵਾਂਗਾ। ਮੈਂ ਤੇਰੀ ਸੰਤਾਨ ਦੇ ਵਿੱਚ ਤੇ ਤੀਵੀਂ ਦੀ ਸੰਤਾਨ ਦੇ ਵਿੱਚ ਵੈਰ ਪਾਵਾਂਗਾ। ਉਹ ਤੇਰੀ ਅੱਡੀ ਨੂੰ ਡੰਗੇਗਾ ਤੇ ਤੂੰ ਉਹਦੀ ਸਿਰੀ ਨੂੰ ਫੇਮੇਗਾ। ਹਵਾ ਕੀ ਕਹਿੰਦੀ ਆ? ਮੈਂ ਪਰਮੇਸ਼ਵਰ ਤੋਂ ਇੱਕ ਮਨੁੱਖ ਦੀ ਪ੍ਰਾਪਤੀ ਕੀਤੀ ਹੈ। ਕੀ ਕੀਤੀ ਆ? ਇਹ ਹੁਣ ਕੀ ਸਮਝਦੇ ਆ ਭਲਾ? ਵੀ ਬੇਸ਼ੱਕ ਅਸੀਂ ਸਰਾਪ ਦੇ ਹੇਠ ਹਾਂ, ਬੇਸ਼ੱਕ ਪਰਮੇਸ਼ਵਰ ਨੇ ਸਾਨੂੰ ਕੱਢ ਦਿੱਤਾ ਸੀ, ਪਰ ਬਾਵਜੂਦ ਇਹਦੇ ਮੈਂ ਫਿਰ ਵੀ ਉਹਦੇ ਕੋਲੋਂ ਇੱਕ ਮਨੁੱਖ ਨੂੰ ਪ੍ਰਾਪਤ ਕੀਤਾ। ਅੱਜ ਵੀ ਕਈ ਕਹਿੰਦੇ ਆ ਚਲੋ ਮੰਨ ਲੈਂਦੇ ਆ ਜੀ ਰੱਬ ਸਾਡੇ ਨਾਲ ਨਹੀਂ ਹੈਗਾ, ਫਿਰ ਕੰਮ ਕਿੱਦਾਂ ਹੁੰਦੇ ਆ? ਕੰਮ ਇਦਾਂ ਹੁੰਦੇ ਆ, ਕੰਮ ਹੁੰਦੇ ਰਹਿਣੇ ਆ। ਇਹ ਕਦੇ ਰੁਕਣੇ ਨਹੀਂ। ਕੰਮ ਉਹਨਾਂ ਦੇ ਵੀ ਹੁੰਦੇ ਜਿਹੜੇ ਮਸੀਹ ਯਿਸੂ ਨੂੰ ਨਹੀਂ ਮੰਨਦੇ। ਉਹਨਾਂ ਦੇ ਨਹੀਂ ਹੁੰਦੇ? ਬੱਚੇ ਉਹਨਾਂ ਦੇ ਵੀ ਪੈਦਾ ਹੁੰਦੇ ਜਿਹੜੇ ਮਸੀਹ ਯਿਸੂ ਨੂੰ ਮੰਨਦੇ ਨਹੀਂ ਹੈ। ਬੱਚੇ ਉਹਨਾਂ ਦੇ ਵੀ ਹੁੰਦੇ ਜਿਹੜੇ ਕਿਸੇ ਨੂੰ ਵੀ ਨਹੀਂ ਮੰਨਦੇ, ਤੇ ਮਰ ਉਹ ਵੀ ਜਾਂਦੇ ਜਿਹੜੇ ਯਿਸੂ ਮਸੀਹ ਨੂੰ ਮੰਨਦੇ ਆ, ਤੇ ਬਚਦੇ ਉਹ ਵੀ ਨਹੀਂ ਜਿਹੜੇ ਨਹੀਂ ਮੰਨਦੇ। ਇਸ ਲਈ ਜਦੋਂ ਵਚਨ ਨੂੰ ਸਮਝਣਾ ਆ ਤੇ ਵਚਨ ਕੀ ਦੱਸਦਾ ਆ? ਇਹ ਹੁਣ ਇੱਕ ਤੇ ਇਹਦੇ ਚ ਪ੍ਰੌੜ ਕੀ ਆ? ਖਰਿਆ ਮੈਂ ਦੁਬਾਰਾ ਪਰਮੇਸ਼ਵਰ ਦੇ ਮਨ ਨੂੰ ਜਿੱਤ ਲਿਆ ਆ। ਖਰੇ ਮੈਂ ਪਰਮੇਸ਼ਵਰ ਨੂੰ ਚੰਗੀ ਲੱਗਦੀ ਆ ਤਾਂ ਉਹਨੇ ਮੇਰੇ ਉੱਤੇ ਇਹ ਰਹਿਮ ਕੀਤਾ। ਨਾ ਬੇਸ਼ੱਕ ਪਰਮੇਸ਼ਵਰ ਦਾ ਹੀ ਲੈ ਰਹੀ ਹੈ ਕਿ ਮੈਂ ਪ੍ਰਾਪਤ ਕੀਤਾ, ਲੇਕਿਨ ਕੀਤਾ ਨਹੀਂ। ਪਰਮੇਸ਼ਵਰ ਨੇ ਤੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ, ਤੂੰ ਪੀੜਾ ਦੇ ਨਾਲ ਬੱਚੇ ਨੂੰ ਜਨਮ। ਇਹ ਤਾਂ ਪਹਿਲਾਂ ਹੀ ਐਲਾਨ ਆ ਪਰਮੇਸ਼ਵਰ ਦੀ ਪਲਾਨ ਦੇ ਵਿੱਚ, ਇਹ ਪਹਿਲਾਂ ਹੀ ਆ। ਤੇ ਜੇ ਤੇਰੀ ਕੁੱਖ ਦੇ ਵਿੱਚ ਕੋਈ ਆਇਆ ਆ, ਤੇ ਵਚਨ 'ਚ ਲਿਖਿਆ ਆ ਕੁੱਖ ਨੂੰ ਮੁਬਾਰਕ ਕਰਨ ਵਾਲਾ ਵੀ ਯਹੋਵਾ ਪਰਮੇਸ਼ਵਰ ਹੀ ਹੈ। ਹਾਲੇਲੂਇਆ। ਸੋ ਉਹ ਤੇ ਆਪਣੇ ਬੋਲ ਨੂੰ, ਆਪਣੇ ਕੌਲ ਨੂੰ ਪੂਰਾ ਕਰਦਾ ਆ। ਲੇਕਿਨ ਹਵਾ ਜਿਹੜੀ ਪਾਪ ਦੀ ਗੁਲਾਮ ਆ, ਇਹ ਪਾਪ ਦੇ ਵਿੱਚ ਰਹਿ ਕੇ ਪਰਮੇਸ਼ਵਰ ਦੀ ਯੋਜਨਾ ਨੂੰ ਨਹੀਂ ਸਮਝ ਸਕਦੀ। ਔਰ ਅੱਜ ਵੀ ਇਹ ਹਾਲ ਹੈ ਜਿਹੜਾ ਅਸੀਂ ਰਾਤੀ ਸਿੱਖਦੇ ਸੀ। ਪਾਪ ਦੇ ਵਿੱਚ ਰਹਿ ਕੇ ਕੋਈ ਪਰਮੇਸ਼ਵਰ ਨੂੰ ਨਹੀਂ ਸਮਝ ਸਕਦਾ। ਲੇਕਿਨ ਇਨਸਾਨ ਕੋਸ਼ਿਸ਼ ਕੀ ਕਰਦਾ ਆ ਵੀ ਮੈਂ ਰਵਾਂ ਪਾਪ ਦੇ ਵਿੱਚ ਹੀ ਤੇ ਪਰਮੇਸ਼ਵਰ ਹੀ ਮੇਰੀ ਸਮਝ ਦੇ ਵਿੱਚ ਆ ਜਾਵੇ। ਮੈਂ ਰਵਾਂ ਪਾਪ ਦੇ ਵਿੱਚ ਹੀ, ਪਰਮੇਸ਼ਵਰ ਮੇਰੇ ਨਾਲ ਚੱਲਦਾ ਵੀ ਰਵੇ। ਮੈਂ ਰਵਾਂ ਪਾਪ ਦੇ ਵਿੱਚ ਹੀ, ਪਰਮੇਸ਼ਵਰ ਮੇਰੇ ਨਾਲ ਕੰਮ ਵੀ ਕਰਦਾ ਰਵੇ। ਮੈਂ ਰਵਾਂ ਪਾਪ ਦੇ ਵਿੱਚ ਹੀ ਤੇ ਮੈਂ ਨਾਲ ਨਾਲ ਕੁਛ ਨਾ ਕੁਛ ਪ੍ਰਭੂ ਦੇ ਲਈ ਵੀ ਕਰਦਾ ਰਵਾਂ ਤੇ ਪ੍ਰਭੂ ਉਸ ਚੀਜ਼ ਤੋਂ ਖੁਸ਼ ਹੁੰਦਾ ਰਵੇ। ਪਰਮੇਸ਼ਵਰ ਦਾ ਵਚਨ ਦੱਸਦਾ ਆ ਮੈਨੂੰ ਤੇਰੇ ਚੜਾਵਿਆਂ ਤੋਂ ਕੋਈ ਖੁਸ਼ੀ, ਤੇਰੇ ਚੜਾਵਿਆਂ ਤੋਂ ਖੁਸ਼ੀ ਨਹੀਂ। ਮੈਂ ਬਲੀਦਾਨ ਨੂੰ ਨਹੀਂ ਬਲਕਿ ਦਇਆ ਨੂੰ, ਤੇ ਬਲੀਦਾਨ ਹੀ ਲੈ ਕੇ ਆਇਆ ਕਾਇਨ। ਕੀ ਸੋਚ ਕੇ ਕਿ ਸ਼ਾਇਦ ਪਰਮੇਸ਼ਵਰ ਕੀ ਹੋਵੇਗਾ? ਖੁਸ਼ ਹੋਵੇਗਾ। ਬਲੀਦਾਨ ਦੀ ਰੀਤ ਨਹੀਂ ਸੀ ਜਿਹਨੂੰ ਪਰਮੇਸ਼ਵਰ ਕਬੂਲ ਕਰੇ। ਸੋ ਇਹਨੇ ਪ੍ਰਾਪਤ ਤੇ ਕੀਤਾ, ਤੇ ਪ੍ਰਾਪਤ ਕਰਨ ਤੋਂ ਬਾਅਦ ਇਹਦੇ ਅਗਲਾ ਜਿਹੜਾ ਸੀਨ ਕੀ ਆ? ਪਾਪ ਦੇ ਕਾਰਨ ਪਰਮੇਸ਼ਵਰ ਦੀ ਯੋਜਨਾ ਨੂੰ ਨਹੀਂ ਸਮਝਦੀ। ਇਹ ਸਮਝਦੀ ਹੈ ਸ਼ਾਇਦ ਆ ਜਿਹੜਾ ਪੈਦਾ ਹੋਇਆ ਨਾ, ਇਹ ਉਹੀ ਆ ਜਿਹਨੇ ਸ਼ੈਤਾਨ ਦੇ ਸਿਰ ਨੂੰ ਫੇਣਾ ਹੈ। ਕੌਣ ਆ ਇਹ? ਜਿਹਨੇ ਸ਼ੈਤਾਨ ਦੇ ਸਿਰ ਨੂੰ ਫੇਣਾ ਆ, ਇਹੀ ਆ।
परवरिश भी हो रही है, कायन वड्डा भी हो रहा है। अगली गल असीं पढ़ते हैं, फिर वह उसके भाई हाबिल को भी जन्मी एक होर पैदा होया। और की लिखा, और हाबिल तो भेड़ बकरियों का चरवाहा बन गया, परंतु कैन भूमि की खेती करने वाला किसान बना। ते किसान होने के कारण ये बलिदान कित्थों लैके आया? जमीन की उपज तो। ते ओ भेडां नूं चारन वाला सी, ते ओ बलिदान लैके आया जिहड़ा परमेश्वर नूं पसंद सी। ते ओदी कुर्बानी कबूल हुई, जिहड़ा परमेश्वर की इच्छा के अनुसार लैके आया सी। ओदी कुर्बानी नहीं कबूल हुई जिहड़ा परमेश्वर की इच्छा के अनुसार नहीं लैके आया। हुण मसला ते परमेश्वर दा ते कायन दा आ, लेकिन खिज किहदे उत्ते? बोलो सारे, खिज किहदे उत्ते भला? खिज अपने भरा दे उत्ते। ते उधरों हवा की सोच की है भला? ये ओहो ही आ जिन्हें शैतान की सिरी नूं उन्हें भरा की सिरी फेंक दी। किहदी? भरा ही से ना जिहड़ा लभण गया। प्यो ने भेजा, कहना जा भरावां दी खबर खार लैके आ। ते जदों वो गया, कहंदे आहा ही आ सुपनियां दा राजकुमार, पहला इहदा काम करो। पाप अपना काम करी जा रहा, पाप की मजदूरी की है? मौत है। ये पाप टिकन नहीं दिंदा। ये पाप बंदे नूं कदे अपनी गलती नहीं मनन दिंदा। पाप की पहचान, जिहड़ा बंदा पाप का गुलाम है, उसकी पहचान की है भला? वो पाप कदे तुहानूं प्रेरित नहीं करूगा कि तुसी गलती नूं मन लो, बल्कि पाप तुहानूं ये प्रेरणा देगा भी कुछ भी करके अपनी गलती उत्ते किसी ना किसी तरह पर्दा पाउणा है। गलती मननी नहीं। पर परमेश्वर का जदों भै हुंदा आ, सब तो पहली गल यह हुंदी आ, इंसानां दे अगे भी गलती मनण लई तैयार हुंदा ते परमेश्वर दे अगे। ते कायन दी प्रॉब्लम की है? ये ना तो परमेश्वर दे अगे अपनी गलती मननी चाहुंदा है, ते ना ही मनुखां दे अगे। ते कायन दा ओही प्रभाव अज हर इंसान दे उत्ते चलदा पिया भी मैं गलती मननी। कायन क्यों नहीं गलती मानता? क्योंकि उसदे प्यो ने भी नहीं सी मन्नी। कहंदा आ जिहड़ी दित्ती सी, हाँ जी, ਇਹਦਾ सारा कसूर ही। तो हुण ओहो ही है ना असर जिहड़ा आपां सिੱਖਿਆ ਸੀ ना पिछले दिन, जो बाप करदा है ना ओहो अगे औलाद ने करना है। पर यह जिहड़ा पाप का गुलाम बाप है, कहना मैं करा पर मेरी औलाद ना करे। इदां ही है जी। आप भावें पूरी बोतल रगड़ जाता होवे, पर जे किते बच्चा पी आया तो हाँ जी फिर ठीक नहीं। ये तो रब दा शुक्र है कि नाल दी नहीं पी लेंदी। हाँ जी, भी कमलिया जे एडी बुरी है तो फिर आप क्यों पीना? तो जे तू वचन के अनुसार इनू सही ठहराउणा तो फिर नाल दी नूं भी इजाजत दे ना। तो फिर जिद्दां तेरा दिल करदा पैग पी के क्लब च जाण नूं, तो फिर नाल दी नूं भी सलाह दे। उदों फिर तेरी गैरत जाग उठदी, मैं पी के जो मर्जी करा, ये कौन हुंदी है भी इदां करे। इत्थे वाली ने चंगा छिक्के चाड़ के रखिया होया, अगले का पहला खत्म नहीं होया, उन्हें दो चाड़े हुंदे। क्यों जी? मैं बहुत घट सीगे शराबी जो टैक्सी चलाता सी, किसी को डिगद्या देखा होवे, पर बुढ़ियां जिहड़ियां सी रेड़दियां जांदियां हुंदियां सी जदों गड्डी चों निकलने। हाँ जी, इदां ही है ना।
ਚਲੋ ਜਿੱਦਾਂ ਵੀ ਆ, ਹੀਲ ਉਹਨਾਂ ਨੇ ਕਈ ਕਾਰਨਾਂ ਦੇ ਕਰਕੇ ਪਾਈ ਹੁੰਦੀ, ਉਹ ਹੀਰ ਉਹਦੇ ਤੇ ਵੀ ਭਰਾਉਂਦੀਆਂ। ਜੇ ਉਹ ਮਨਾ ਕਰ ਦੇਵੇ ਵੀ ਮੇਰੇ ਨਾਲ ਵੱਧ ਗੱਲ ਹੀ ਪੀਤੀ, ਹਨਾ, ਹੀਰ ਕਈ ਕੰਮ ਆ ਜਾਂਦੀ। ਫਿਰ ਅਗਲਾ ਵੀ ਤਾਂ ਹੀ ਡਰਦਾ ਹੀ ਨਹੀਂ ਕਹਿੰਦਾ, ਕਿਉਂਕਿ ਨੋਕ ਤਿੱਖੀ ਹੈ ਤੇ ਮਾਰਦੀਆਂ ਵੀ ਸਿਰ ਦੇ ਵਿੱਚ ਹੀ ਹੈ। ਆ ਜਿਹੜੀ ਕਹਿੰਦਾ ਬਣਾਈ ਨਾ, ਇਹ ਸਾਰਾ ਪਵਾੜਾ ਇਹਦਾ ਹੀ ਹੈ। ਇਹ ਨਾ ਤੂੰ ਲਿਆਉਂਦਾ ਤੇ ਨਾ ਆਪਾਂ ਉਹਦੇ ਚੰਗਲ ਦੇ ਵਿੱਚ ਫਸਦੇ, ਅਸਰ ਆ। ਤੇ ਹੁਣ ਜੋ ਅਸੀਂ ਕਰਨਾ ਹੈ, ਸਾਡੇ ਪਾਪ ਦਾ ਅਸਰ 100% ਸਾਡੀ ਔਲਾਦ ਦੇ ਵਿੱਚ ਜਾਊਗਾ ਕਿ ਨਹੀਂ? ਜੋ ਅਸੀਂ ਕਰਨਾ ਆ ਉਹਦਾ ਅਸਰ ਸਾਡੀ ਔਲਾਦ ਦੇ ਵਿੱਚ ਜਾਣਾ ਹੀ ਜਾਣਾ ਆ। ਤੇ ਇਹ ਇੱਕ ਸਜ਼ਾ ਹੀ ਆ। ਇਹ ਕੀ ਹੈ ਭਲਾ? ਇਹ ਇੱਕ ਸਜ਼ਾ ਆ। ਔਰ ਇਸ ਸਜ਼ਾ ਦੇ ਬਾਰੇ ਲਿਖਿਆ ਹੈ, ਪੀੜ੍ਹੀ ਦਰ ਪੀੜ੍ਹੀ ਬਣੀ ਰਹੂਗੀ। 1-2 ਪੀੜ੍ਹੀਆਂ ਤੱਕ ਕੰਮ ਰੁਕਣਾ ਨਹੀਂ। ਜੇ ਤੂੰ ਉਹਦੀ ਵਿਵਸਥਾ ਤੋਂ ਇੱਧਰ ਉੱਧਰ ਹੋਇਆ, ਕਹਿੰਦਾ ਇਹ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੇ ਵੱਖਰੀ ਨਾ ਹੋਵੇ, ਦਿਨ ਰਾਤ ਇਹਦੇ ਉੱਤੇ ਧਿਆਨ ਕਰੀ। ਜੇ ਤੂੰ ਆਪਣਾ ਧਿਆਨ ਇਹਦੇ ਤੋਂ ਹਟਾਇਆ ਤੇ ਫਿਰ ਯਾਦ ਰੱਖੀ, ਜਿੱਦਣ ਤੂੰ ਇਹਦੇ ਤੋਂ ਆਪਣਾ ਧਿਆਨ ਹਟਾਇਆ, ਉਸੇ ਵਕਤ ਮੈਂ ਆਪਣਾ ਧਿਆਨ ਵੀ ਤੇਰੇ ਤੋਂ, ਮੇਰਾ ਧਿਆਨ ਤੇਰੇ ਉੱਤੇ ਉਦੋਂ ਤੱਕ ਬਣਿਆ ਰਹੂਗਾ ਜਦੋਂ ਤੱਕ ਤੂੰ ਮੇਰੀ ਵਿਵਸਥਾ ਦੇ ਵਿੱਚ ਬਣਿਆ ਰਹੂਗਾ। ਜਦੋਂ ਤੇਰਾ ਧਿਆਨ ਮੇਰੀ ਵਿਵਸਥਾ ਤੋਂ ਹਟਿਆ, ਉਸੇ ਵਕਤ ਮੇਰਾ ਧਿਆਨ ਵੀ ਤੇਰੇ ਤੋਂ ਹਟੇਗਾ। ਤੇ ਜਦੋਂ ਫਿਰ ਉਹ ਧਿਆਨ ਹਟਾਉਂਦਾ ਆ, ਉਦੋਂ ਫਿਰ ਕੋਈ ਬਚਾਉਣ ਵਾਲਾ ਹੁੰਦਾ, ਉਦੋਂ ਕੋਈ ਬਚਾ ਸਕਦਾ। ਇਸੇ ਕਰਕੇ ਵਚਨ 'ਚ ਲਿਖਿਆ, ਜਿਉਂਦੇ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਪੈਣਾ ਬੜੀ ਖਤਰਨਾਕ ਗੱਲ ਆ, ਬੜੀ ਭਿਆਨਕ ਗੱਲ ਆ। ਇਸ ਲਈ ਅਸਰ ਆ, ਕਾਇਨ ਦੇ ਵਿੱਚ ਆਦਮ ਦਾ ਅਸਰ ਕੰਮ ਕਰਦਾ ਆ। ਇਸ ਕਰਕੇ ਆਦਮ ਵਾਲੇ ਸਾਰੇ ਗੁਣ ਹੁਣ ਇਹਦੇ ਵਿੱਚ ਆ ਚੁੱਕੇ ਆ, ਕਿਉਂਕਿ ਉਹਦੇ ਖੂਨ ਤੋਂ ਇਹ ਵੀ ਤਿਆਰ ਹੋਇਆ ਹੈ। ਤੇ ਜੇ ਖੂਨ ਦਾ ਇੰਨਾ ਅਸਰ ਆ, ਤੇ ਅਸੀਂ ਕਹਿੰਦੇ ਆ ਵੀ ਮਸੀਹ ਯਸੂ ਦਾ ਪਵਿੱਤਰ ਲਹੂ ਸਾਨੂੰ ਸਾਰੇ ਗੁਨਾਹਾਂ ਤੋਂ ਸ਼ੁੱਧ ਕਰਦਾ ਹੈ, ਪਵਿੱਤਰ ਕਰਦਾ, ਪਾਕ ਕਰਦਾ ਹੈ। ਤੇ ਜੇ ਆਦਮ ਦਾ ਖੂਨ ਦਾ ਅਸਰ ਐਡਾ ਖਤਰਨਾਕ ਆ, ਜਿਹੜਾ ਪੀੜ੍ਹੀ ਦਰ ਪੀੜ੍ਹੀ ਚੱਲਿਆ ਆ ਰਿਹਾ, ਤੇ ਜੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਖੂਨ ਦੇ ਵਿੱਚ ਧੋਤੇ ਗਏ ਹਾਂ, ਤੇ ਫਿਰ ਯਿਸੂ ਮਸੀਹ ਦੇ ਲਹੂ ਦਾ ਅਸਰ ਇਹਨਾਂ ਮਸੀਹੀ ਲੋਕਾਂ ਦੇ ਵਿੱਚ ਨਜ਼ਰ ਕਿਉਂ ਨਹੀਂ ਆਉਂਦਾ? ਜੇ ਪਾਪ ਦੇ ਖੂਨ ਦੇ ਵਿੱਚ ਇੰਨਾ ਅਸਰ ਆ, ਤੇ ਫਿਰ ਪਵਿੱਤਰ ਲਹੂ ਦੇ ਵਿੱਚ ਤੇ ਇਸ ਤੋਂ ਕਿਤੇ ਜ਼ਿਆਦਾ ਹੋਣਾ ਚਾਹੀਦਾ ਹੈ। ਤੇ ਫਿਰ ਜਾਂ ਤੇ ਉਸ ਪਵਿੱਤਰ ਲਹੂ ਦੇ ਨਾਲ ਅਸੀਂ ਧੋਤੇ ਨਹੀਂ ਗਏ, ਜਾਂ ਤੇ ਫਿਰ ਉਸ ਪਵਿੱਤਰ ਲਹੂ ਦੇ ਨਾਲ ਅਸੀਂ ਪਵਿੱਤਰ ਹੋਏ ਨਹੀਂ ਆ, ਜਾਂ ਫਿਰ ਅਸੀਂ ਜਾਣ ਬੁੱਝ ਕੇ ਆਪਣੇ ਆਪ ਨੂੰ ਉਸ ਲਹੂ ਦੇ ਵਿੱਚ ਰੱਖਣਾ ਚਾਹੁੰਦੇ ਨਹੀਂ ਆ, ਜਾਂ ਅਸੀਂ ਉਸ ਲਹੂ ਦੀ ਬੇਕਦਰੀ ਕਰਦੇ ਆ। ਜਿਵੇਂ ਲਿਖਿਆ ਆ ਕਿ ਜਿਹੜਾ ਬਾਰ-ਬਾਰ ਗੁਨਾਹ ਕਰਦਾ, ਜਿਹੜਾ ਜਾਣ ਬੁੱਝ ਕੇ ਗੁਨਾਹ ਕਰਦਾ ਆ, ਉਹ ਯਿਸੂ ਮਸੀਹ ਦੇ ਪਵਿੱਤਰ ਲਹੂ ਨੂੰ ਆਪਣੇ ਪੈਰਾਂ ਦੇ ਹੇਠ ਲਤਾੜਦਾ ਆ। ਜਿਹੜਾ ਨਹੀਂ ਮੰਨਦਾ, ਜਿਹੜਾ ਢੀਠ ਆ, ਉਹ ਕੀ ਕਰਦਾ ਆ? ਯਿਸੂ ਮਸੀਹ ਦੇ ਪਵਿੱਤਰ ਲਹੂ ਨੂੰ ਆਪਣੇ ਪੈਰਾਂ ਦੇ ਹੇਠ ਲਤਾੜਦਾ ਆ। ਤੇ ਯਾਦ ਰੱਖੋ, ਲਹੂ ਦੀ ਕਿੰਨੀ ਕੀਮਤ ਆ ਔਰ ਲਹੂ ਦੀ ਕਿੰਨੀ ਮਹੱਤਤਾ ਆ। ਹਾਬਲ ਦਾ ਲਹੂ ਅੱਜ ਵੀ ਬੋਲਦਾ ਹੈ। ਉਹਨੇ ਤੇ ਮਾਰ ਕੇ ਲੁਕੋ ਛੱਡਿਆ, ਪਰ ਜ਼ਮੀਨ ਚੀਖ ਕੇ ਗਵਾਹੀ ਦਿੰਦੀ ਹੈ, ਕਹਿੰਦਾ ਤੇਰੇ ਭਰਾ ਦਾ ਲਹੂ ਪੁਕਾਰ ਰਿਹਾ ਹੈ। ਔਰ ਯਾਦ ਰੱਖੋ, ਜੇ ਉਸ ਲਹੂ ਦੇ ਵਿੱਚ ਇੰਨਾ ਅਸਰ ਆ, ਔਰ ਲਹੂ ਦੇ ਉੱਤੇ ਜਦੋਂ ਅਸੀਂ ਸਿੱਖਦੇ ਹਾਂ ਤੇ ਲਹੂ ਦੇ ਬਾਰੇ ਅਸੀਂ ਜਾਣਦੇ ਹਾਂ ਵੀ ਜਦੋਂ ਕੁਰਬਾਨੀ ਵੀ ਦਿੱਤੀ ਜਾਂਦੀ ਸੀ ਤੇ ਪਰਮੇਸ਼ਵਰ ਨੇ ਕਿਹਾ ਸੀ ਲਹੂ ਨੂੰ ਮਿੱਟੀ ਦੇ ਨਾਲ ਕੱਜ ਦੇਵੇਂ। ਇਹ ਭਾਵੇਂ ਮੇਮਣਿਆਂ ਦਾ ਹੋਵੇ,
ਭਾਵੇਂ ਵੈੜਕਿਆਂ ਦਾ ਹੋਵੇ, ਲਹੂ ਨੂੰ ਖੁੱਲਾ ਛੱਡੀ ਨਾ। ਲਹੂ ਦੀ ਏਡੀ ਮਹੱਤਤਾ ਆ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ। ਔਰ ਜਦੋਂ ਪਰਮੇਸ਼ਵਰ ਦਾ ਆਪਣਾ ਹੀ ਲਹੂ ਮਸੀਹ ਯਸੂ ਦੇ ਰੂਪ ਦੇ ਵਿੱਚ ਜਦੋਂ ਸਾਡੇ ਸਾਹਮਣੇ ਹੈ, ਤੇ ਜਦੋਂ ਉਹਦੀ ਬੇਕਦਰੀ ਕਰਦੇ ਆ, ਤੇ ਫਿਰ ਯਾਦ ਰੱਖੋ ਦੁਆ ਨੇ ਕੋਈ ਅਸਰ ਕਰਨਾ। ਜਿਹੜਾ ਪਵਿੱਤਰ ਲਹੂ ਦੀ ਤੋਹੀਨ ਕਰਦਾ ਆ, ਜਿਹੜਾ ਪਵਿੱਤਰ ਲਹੂ ਦੀ ਬੇਕਦਰੀ ਕਰਦਾ ਆ, ਉਹਦੇ ਲਈ ਕੋਈ ਦੁਆ ਪਰਮੇਸ਼ਵਰ ਨੇ ਸੁਣਨੀ, ਉਹ ਤੇ ਸਿਰਫ ਸਜ਼ਾ ਆਵੇਗੀ। ਔਰ ਉਸ ਸਜ਼ਾ ਤੋਂ ਤੁਹਾਨੂੰ ਕੋਈ ਬਚਾ ਸਕਦਾ? ਸਜ਼ਾ ਤੋਂ ਕੋਈ ਨਹੀਂ ਬਚਾ ਸਕਦਾ, ਕਿਉਂਕਿ ਪਰਮੇਸ਼ਵਰ ਜਲਦੀ ਕਿਤੇ ਤੇ ਸਜ਼ਾ ਲਿਆਉਂਦਾ ਨਹੀਂ, ਤੇ ਜਦੋਂ ਲੈ ਕੇ ਆਉਂਦਾ ਆ ਫਿਰ ਉਹ ਕਿਸੇ ਦੀ ਸੁਣਦਾ ਵੀ ਨਹੀਂ। ਇਸ ਲਈ ਪਿਛਲੇ ਦਿਨਾਂ 'ਚ ਸਿੱਖਿਆ ਸੀ ਨਾ, ਕਹਿੰਦਾ ਤੂੰ ਇਹੋ ਜਿਹੇ ਮਨੁੱਖ ਵਾਸਤੇ ਪ੍ਰਾਰਥਨਾ ਮੈਂ ਤੇਰੀ ਸੁਣਾਗਾ ਨਹੀਂ। ਉਹ ਕਿਹਨਾਂ ਦੀ ਨਹੀਂ ਸੁਣਦਾ? ਜਿਹੜੇ ਮਸੀਹ ਯਸੂ ਦੇ ਪਵਿੱਤਰ ਲਹੂ ਦੀ ਬੇਕਦਰੀ ਕਰਦੇ ਆ, ਕਿਉਂਕਿ ਲਹੂ ਦੀ ਇੰਨੀ ਕੀਮਤ ਆ। ਆਦਮ ਦਾ ਲਹੂ ਜਿਹਦੇ ਵਿੱਚ ਪਾਪ ਆਇਆ, ਉਹ ਅੱਜ ਤੱਕ ਜੇ ਅਸਰ ਕਰ ਸਕਦਾ ਆ, ਤੇ ਫਿਰ ਜਿਹੜਾ ਲਹੂ ਯਸੂ ਮਸੀਹ ਨੇ ਸਾਡੇ ਗੁਨਾਹਾਂ ਦੀ ਖਾਤਰ ਬਹਾਇਆ, ਉਹ ਵੀ ਅਨੰਤ ਕਾਲ ਤੱਕ ਅਸਰ ਕਰਦਾ ਰਹੇਗਾ। ਹਾਲੇਲੂਇਆ। ਉਹ ਲਹੂ ਦੀ ਮਹੱਤਤਾ ਆ, ਕਿਉਂਕਿ ਲਹੂ ਦੇ ਨਾਲ ਉਹਨੇ ਸਾਨੂੰ ਮੁੱਲ ਖਰੀਦਿਆ, ਤੇ ਫਿਰ ਉਹਦਾ ਲਹੂ ਜਿਹਦੇ ਵਿੱਚ ਉਹਨੇ ਸਾਨੂੰ ਛਪਾਇਆ, ਤੇ ਫਿਰ ਉਹ ਵੀ ਤੇ ਲਹੂ ਅਸਰ ਦਿਖਾਵੇ ਨਾ। ਤੇ ਉਹ ਲਹੂ ਜੇ ਅਸਰ ਦਿਖਾ ਰਿਹਾ ਆ, ਤੇ ਉਹਦਾ ਸਿੱਧਾ ਮਤਲਬ ਆ ਸਾਡਾ ਜੀਵਨ ਇੱਕ ਸੇਧ ਦੇ ਉੱਤੇ ਉਸੇ ਤਰ੍ਹਾਂ ਜਾ ਰਿਹਾ ਆ ਜਿਵੇਂ ਵਚਨ ਸਾਨੂੰ ਸਿਖਾਉਂਦਾ ਆ। ਤੇ ਵਚਨ ਕੀ ਸਿਖਾਉਂਦਾ ਆ? ਇਹ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੇ ਅਲੱਗ ਨਾ ਹੋਵੇ, ਨਾ ਸੱਜੇ ਹੋਵੀਂ ਤੇ ਨਾ। ਤੇ ਹੁਣ ਧਿਆਨ ਦਿਓ, ਅਸੀਂ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਬਲਕਿ ਹਰ ਰੋਜ਼ ਕਿੰਨੀ ਵਾਰੀ ਸੱਜੇ ਤੇ ਖੱਬੇ ਹੁੰਦੇ ਨੇ। ਕਦੀ ਨਹੀਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਸੌਣ ਲੱਗਦੇ ਲੇਖਾ ਕਰੋ, ਅੱਜ ਦੇ ਦਿਨ ਦੇ ਵਿੱਚ ਅਸੀਂ ਉਹਦੇ ਕਾਨੂੰਨ ਤੋਂ ਕਿੰਨੀ ਵਾਰੀ ਸੱਜੇ ਖੱਬੇ ਹੋਏ ਹਾਂ। ਲੇਕਿਨ ਉਹ ਕੀ ਕਹਿੰਦਾ? ਇਹ ਤੋਂ ਸੱਜੇ ਖੱਬੇ ਹੋਵੀਂ। ਇਹਦਾ ਮਤਲਬ ਜਦੋਂ ਅਸੀਂ ਦਿਹਾੜੀ ਦੇ ਵਿੱਚ ਕਈ ਵਾਰੀ ਸੱਜੇ ਖੱਬੇ ਹੁੰਦੇ ਆ, ਤੇ ਫਿਰ ਉਹ ਸਾਡੇ ਨਾਲ ਕਿਵੇਂ ਚੱਲੇਗਾ? ਜੇ ਹਰ ਰੋਜ਼ ਅਸੀਂ ਸੱਜੇ ਖੱਬੇ ਹੁੰਦੇ ਆ, ਤੇ ਫਿਰ ਉਹਦੀ ਧੀਰਜਗੀ ਕਿੰਨੀ ਵੱਡੀ ਆ, ਉਹਦੀ ਦਿਆਲਗੀ ਕਿੱਡੀ ਬਹੁਮੁੱਲ ਆ, ਕਿ ਹਰ ਰੋਜ਼ ਹੁੰਦੇ ਆ ਤਾਂ ਵੀ ਉਹ ਸਾਨੂੰ ਨਾਸ਼ ਕਰਦਾ। ਤੇ ਜੇ ਉਹਨੇ ਅਜੇ ਤੱਕ ਨਹੀਂ ਨਾਸ਼ ਕੀਤਾ, ਤੇ ਫਿਰ ਸਾਨੂੰ ਗੋਡੇ ਟੇਕਣ ਦੀ ਲੋੜ ਆ, ਕਿਉਂਕਿ ਲਿਖਿਆ ਜਿਹੜਾ ਮੰਨ ਲਵੇਗਾ ਉਹਦੇ ਉੱਤੇ ਰਹਿਮ ਕੀਤਾ ਜਾਵੇਗਾ। ਹਾਲੇਲੂਇਆ। ਅਸੀਂ ਕਹਿੰਦੇ ਮੰਨਣ ਦੀ ਲੋੜ ਨਹੀਂਗੀ, ਮੰਨਣ ਦੀ ਕੋਈ ਲੋੜ। ਅਸੀਂ ਕਹਿੰਦੇ ਪਾਸਟਰ ਕੱਲ ਹੀ ਰੱਖਿਆ। ਹਾਂਜੀ, ਅਗਲੇ ਕਈ ਤਾਂ ਸਿੱਧਾ ਕਹਿੰਦੇ ਆ, ਲੈ ਏਦਾਂ ਕਿਦਾਂ ਪਾਸਟਰ ਜੀ, ਅਸੀਂ ਜਿੱਦਾਂ ਮਰਜੀ ਤੁਹਾਨੂੰ ਕੱਲ ਹੀ ਰੱਖਿਆ। ਤੋ ਉਹ ਤੇ ਏਦਾਂ ਲਾ ਰਿਹਾ ਜਿੱਦਾਂ ਪਾਸਟਰ ਨਹੀਂ ਘਰ 'ਚ ਕੁੱਤਾ ਰੱਖਿਆ। ਪਾਸਟਰ ਰੱਖੇ ਨਹੀਂ ਜਾਂਦੇ, ਜਿਨ੍ਹਾਂ ਉੱਤੇ ਉਹਦੀ ਬਖਸ਼ਿਸ਼ ਹੁੰਦੀ ਆ ਉਹਨਾਂ ਨੂੰ ਉਹ ਦਿੰਦਾ ਹੈ। ਹਾਲੇਲੂਇਆ। ਵਚਨ 'ਚ ਲਿਖਿਆ, ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪ੍ਰਚਾਰਕ, ਕਈਆਂ ਨੂੰ ਪਾਸਟਰ, ਕਈਆਂ ਨੂੰ ਉਸਤਾਦ ਕਰਕੇ ਦੇ ਦਿੱਤਾ, ਤਾਂ ਕਿ ਉਹਦਾ ਬਦਨ ਤਰੱਕੀ ਕਰੇ ਤੇ ਕਲੀਸਿਆ ਮਸੀਹ ਦੀ ਸੂਰਤ ਬਣੇ। ਹਾਲੇਲੂਇਆ। ਤੇ ਜਿਹੜੇ ਇਹ ਸੋਚਦੇ ਵੀ ਪਾਸਟਰ ਰੱਖਿਆ, ਉਹਨਾਂ ਉੱਤੇ ਫਿਰ ਹਿਸਾਬ ਲਾ ਲਓ, ਪਰਮੇਸ਼ਵਰ ਦਾ ਕ੍ਰੋਧ ਕਿਸ ਤਰ੍ਹਾਂ ਕੰਮ ਕਰੇਗਾ। ਇਸ ਲਈ ਕਹਿੰਦਾ, ਜੇ ਤੂੰ ਭਲਾ ਕਰੇ ਤਾਂ ਕੀ ਉਹ ਤਾਹਾਂ ਕੀਤਾ ਨਾ ਜਾਵੇ, ਪਰ ਜੇ ਤੂੰ ਬੁਰਾ ਕਰੇ ਤੇ ਪਾਪ ਬੂਹੇ ਤੇ ਸ਼ੈ ਲਾ ਕੇ ਬੈਠਾ। ਤੇ ਇਹ ਕੀ ਸਮਝਦੀ ਸੀਗੀ ਭਲਾ? ਵੀ ਇਹ ਉਹੀ ਹੈ ਜਿਹੜਾ ਕੁਚਲਣ ਆਇਆ, ਪਰ ਉਹ ਸ਼ੈਤਾਨ ਦਾ ਸਿਰ ਕੁਚਲਦਾ ਆਪਣੇ ਧਰਮੀ ਭਰਾ ਦਾ ਹੀ ਸਿਰ ਕੁਚਲ ਗਿਆ। ਤੇ ਸੋਚਦੀ ਹੁਣੀ ਬੈਠ ਕੇ ਵੀ ਬਣਿਆ ਕੀ?
ਇਹ ਤੇ ਆਇਆ ਸੀ ਉਹਦਾ ਸਿਰ ਕੁਚਲਣ ਲਈ ਜਿਹਨੇ ਸਾਨੂੰ ਪਰਮੇਸ਼ਵਰ ਤੋਂ ਦੂਰ ਕੀਤਾ। ਪਰ ਉਲਟਾ ਅਸਰ ਕੀ ਹੋਇਆ ਪਾਪ ਦਾ? ਭਲਾ ਕੁਚਲਣਾ ਸੀ ਸਿਰ ਸ਼ੈਤਾਨ ਦਾ, ਤੇ ਇਹ ਆਪਣੇ ਭਰਾ ਦਾ ਹੀ ਕੁਚਲ ਗਿਆ। ਔਰ ਉਹ ਵੀ ਕਿਹੜਾ ਭਰਾ? ਧਰਮੀ ਭਰਾ, ਜਿਹਦੀ ਭੇਂਟ ਨੂੰ ਪਰਮੇਸ਼ਵਰ ਨੇ ਕਬੂਲ ਕੀਤਾ ਸੀ। ਅੱਜ ਵੀ ਕਾਇਨ ਦਾ ਅਸਰ ਬਹੁਤ ਲੋਕਾਂ ਦੇ ਵਿੱਚ, ਬਹੁਤ ਨਹੀਂ ਬਲਕਿ ਅੱਜ ਕਾਇਨ ਦਾ ਅਸਰ ਹੀ ਆ। ਔਰ ਅੱਜ ਕਿੰਨੇ ਹਾਬਲ ਕਤਲ ਕੀਤੇ ਜਾਂਦੇ ਆ। ਔਰ ਜੇ ਇੱਕ ਹਾਬਲ ਦੇ ਲਹੂ ਦੀ ਏਡੀ ਕੀਮਤ ਆ, ਤੇ ਫਿਰ ਜਿੰਨੇ ਅੱਜ ਹਾਬਲ ਕਤਲ ਹੋ ਰਹੇ ਆ ਉਹਨਾਂ ਦੇ ਲਹੂ ਦੀ ਕੀਮਤ ਫਿਰ ਕਿੰਨੀ ਹੋਵੇਗੀ? ਉਸ ਵਕਤ ਵੀ ਕਾਇਨ ਨੇ ਆਪਣੇ ਭਰਾ ਨੂੰ ਸਤਾਇਆ, ਤੇ ਅੱਜ ਵੀ ਕੋਈ ਘੱਟ ਹੁੰਦਾ ਨਹੀਂ। ਤੇਰੇ ਪਿੱਛੇ ਦੀ ਕਹਾਣੀ ਕੀ ਆ? ਇਹਨੂੰ ਸਿਰਫ ਇੱਕੋ ਹੀ ਪ੍ਰਾਊਡ ਹੋ ਗਿਆ, ਮੈਂ ਪ੍ਰਾਪਤ ਕੀਤਾ। ਤੇ ਅੱਜ ਜਿਹੜਾ ਵੀ ਇਹ ਸੋਚੇਗਾ ਨਾ ਮੈਂ ਪ੍ਰਾਪਤ ਕੀਤਾ, ਅੱਜ ਕਹਿੰਦੇ ਨੇ ਮੈਂ 40 ਦਿਨ ਦਾ ਉਪਵਾਸ ਰੱਖਿਆ। ਕਿੰਨਾ ਜੀ? ਇੱਥੇ ਮੇਰੇ ਸਾਹਮਣੇ ਕੋਈ ਰੱਖ ਕੇ ਦਿਖਾਵੇ 40 ਦਿਨ ਦਾ ਉਪਵਾਸ। ਫਿਰ ਪੁੱਛੀ ਤਾਂ 40 ਦਿਨ ਦਾ ਕੱਲ ਹੀ ਰੱਖਿਆ, 41 ਦਾ ਕਿਉਂ ਨਹੀਂ ਰੱਖਿਆ? 39 ਦਾ ਰੱਖ ਲੈਣਾ ਸੀ। ਤੇ ਕੀ ਕਹਿੰਦੇ ਫਿਰ? ਨਹੀਂ ਜੀ, ਪ੍ਰਭੂ ਯਿਸੂ ਮਸੀਹ ਨੇ ਕਿੰਨੇ ਦਾ ਰੱਖਿਆ ਸੀ? ਬੋਲੋ ਸਾਰੇ, ਕਿੰਨਾ ਜੀ? ਇਸ ਬੱਚਿਆਂ ਨੇ ਜਿਹੜੀ ਮੇਰੇ ਕੋਲ ਬਾਈਬਲ ਵਿੱਚ ਕਿਤੇ ਨਹੀਂ ਲਿਖਿਆ ਯਿਸੂ ਮਸੀਹ ਨੇ 40 ਦਿਨ ਦਾ ਉਪਵਾਸ ਰੱਖਿਆ ਸੀ। ਇਹਦੇ 'ਚ ਕਿਤੇ ਨਹੀਂ ਲਿਖਿਆ ਮੂਸਾ ਨੇ 40 ਦਿਨ ਦਾ ਉਪਵਾਸ ਰੱਖਿਆ ਸੀ। ਤੇ ਨਕਲ ਕਿਹਦੀ ਕਰਦੇ ਭਲਾ? ਯਿਸੂ ਮਸੀਹ ਦੀ। ਇਹ ਵੀ ਵਿਚਾਰੀ ਇਸੇ ਭੁਲੇਖੇ ਵਿੱਚ ਸੀ, ਮੈਂ ਪਰਮੇਸ਼ਵਰ ਦੇ ਕੋਲੋਂ ਪ੍ਰਾਪਤ ਕਰ ਲਿਆ। ਕਿਹਨੂੰ ਭਲਾ? ਜਿਹੜਾ ਉਹਦੇ ਸਿਰ ਨੂੰ ਕੁਚਲ ਸਕਦਾ। ਅੱਜ ਵੀ 40 ਕੁ ਉਪਵਾਸ ਰੱਖ ਕੇ ਕਹਿੰਦੇ ਅਸੀਂ ਪਰਮੇਸ਼ਵਰ ਤੋਂ ਸਭ ਕੁਝ ਪ੍ਰਾਪਤ ਕਰ ਲਿਆ ਆ। ਹੁਣ ਅਸੀਂ ਆਪਣੀ ਮਨਮਰਜ਼ੀ ਕਰ ਸਕਦੇ ਹਾਂ। ਹੁਣ ਅਸੀਂ ਭਾਵੇਂ ਆਪਣੇ ਆਪ ਨੂੰ ਰੱਬ ਵੀ ਕਹਿ ਲਈਏ ਤੇ ਕੋਈ ਵੱਡੀ ਗੱਲ। ਆ ਪਿਛਲੇ ਦਿਨਾਂ 'ਚ ਬੜਾ ਰੌਲਾ ਪਿਆ ਫੇਸਬੁੱਕ ਦੇ ਉੱਤੇ। ਉਹ ਸਾਡੇ ਇੱਕ ਹੈਗਾ ਜਲੰਧਰ ਦੇ ਵਿੱਚ, ਉਹਦਾ ਇੱਕ ਭਰਾ ਇੱਥੇ ਵੀ ਹੈ, ਤੇ ਉਹ ਬਾਕੀ ਤੇ ਕੋਈ ਬਣਿਆ ਸੀ ਅਪੋਸਟਲ, ਤੇ ਕੋਈ ਬਣਿਆ ਸੀ ਪ੍ਰੋਫਟ, ਤੇ ਕੋਈ ਇਦਾਂ ਦੇ ਕੋਈ ਲਟਰਮ ਪਟਰਮ ਜੇ। ਉਹਨੇ ਕਿਹਾ ਇਹ ਤੇ ਸਾਰੇ ਹੁਣ ਚੱਲ ਗਏ। ਉਹਨੇ ਸਿੱਧਾ ਸੰਤ ਤੋਂ ਸ਼ੁਰੂ ਹੋਇਆ ਤੇ ਹੁਣ ਯਿਸੂ ਮਸੀਹ ਬਣ ਗਿਆ। ਉਹ ਕਹਿੰਦਾ ਕੰਮ ਹੀ ਨਿਬੇੜੋ। ਤੇ ਇਹ ਵੀ ਉਹਦਾ ਕੋਈ ਕਸੂਰ ਨਹੀਂ। ਇਹਦੇ ਵਿੱਚ ਲਿਖਿਆ ਬਥੇਰੇ ਮੇਰੇ ਨਾਮ ਦੇ ਉੱਤੇ ਆਉਣਗੇ, ਬਥੇਰੇ ਆਪਣੇ ਆਪ ਨੂੰ ਪ੍ਰਭੂ ਯਿਸੂ ਮਸੀਹ ਦੱਸਣਗੇ, ਪਰ ਤੁਸੀਂ ਉਹਨਾਂ ਦੇ ਕੰਮਾਂ ਤੋਂ ਪਛਾਣ ਲਓਗੇ। ਕਿਉਂਕਿ ਕੋਈ ਚੰਗਾ ਦਰਖਤ ਬੁਰਾ ਫਲ ਨਹੀਂ ਦੇ ਸਕਦਾ, ਤੇ ਕੋਈ ਬੁਰਾ ਦਰਖਤ ਚੰਗਾ ਫਲ ਵੀ ਨਹੀਂ ਦੇ ਸਕਦਾ। ਤੇ ਫਲਾਂ ਤੋਂ ਪਤਾ ਲੱਗ ਜਾਂਦਾ। ਸੋ ਕਾਇਨ ਦਾ ਅਸਰ ਇੱਕਦਮ ਪ੍ਰਗਟ ਹੋ ਜਾਂਦਾ, ਤੇ ਅਸਰ ਹਾਬਲ ਦਾ ਵੀ ਅਜੇ ਤੱਕ ਕੰਮ ਕਰਦਾ ਹੈ। ਹਾਲੇਲੂਇਆ। ਆਪਣੀ ਅੱਖਾਂ ਨੂੰ ਬੰਦ ਕਰਾਂਗੇ, ਸਿਰਾਂ ਝੁਕਾਵਾਂਗੇ। ਇਸ ਹਿੱਸੇ ਨੂੰ ਅਗਲੇ ਸ਼ਨੀਵਾਰ ਆਉਣ ਵਾਲੇ ਅਸੀਂ ਸਿੱਖਾਂਗੇ। ਹਾਲੇਲੂਇਆ। ਸਭ ਥੋੜੀ ਦੇਰ ਦੇ ਲਈ ਆਪੋ ਆਪਣੀ ਜਗ੍ਹਾ ਤੇ ਖੜੇ ਹੋਵਾਂਗੇ। ਔਰ ਧਿਆਨ ਦੇਵਾਂਗੇ ਅੱਜ ਦੇ ਸੁਣੇ ਹੋਏ ਵਚਨ ਦੇ ਲਈ। ਅਸੀਂ ਕੀ ਸਿੱਖਿਆ ਆ, ਮੰਨਣ ਕਰਾਂਗੇ। ਭਾਈ ਰਾਜ ਜੀ ਅੱਗੇ ਆ ਜਾਣ। ਹਾਲੇਲੂਇਆ। ਹਾਬਲ ਦੇ ਲਹੂ ਦੀ ਕੀਮਤ ਹੈ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ। ਕਿਉਂਕਿ ਉਹ ਧਰਮੀ ਸੀ। ਹਾਬਲ ਨੇ ਉਹ ਭੇਂਟ ਚੜਾਈ ਜਿਹੜੀ ਪਰਮੇਸ਼ਵਰ ਨੂੰ ਕਬੂਲ ਸੀ। ਹਾਬਲ ਜਾਣਦਾ ਸੀ ਲਹੂ ਬਹਾਏ ਤੋਂ ਬਿਨਾ ਮਾਫੀ ਨਹੀਂ। ਔਰ ਭੇਂਟ ਚੜਾਉਣ ਦਾ ਮਤਲਬ ਹੀ ਇਹ ਸੀ ਕਿ ਅਗਰ ਮੈਂ ਜਾਣੇ ਅਣਜਾਣੇ ਕੋਈ ਗਲਤੀ ਕੀਤੀ ਹੈ ਤੇ ਮੈਂ ਲਹੂ ਦੀ ਭੇਂਟ ਲੈ ਕੇ ਜਾਵਾਂਗਾ, ਤਾਂ ਕਿ ਪਰਮੇਸ਼ਵਰ ਮੇਰੇ ਪਾਪ ਦੇ ਉੱਤੇ ਜਿਹੜਾ ਕ੍ਰੋਧ ਉਡੇਲਣਾ ਆ ਉਹਦੇ ਤੋਂ ਹਟ ਜਾਵੇ। ਅੱਜ ਜ਼ਰੂਰਤ ਆ ਕਿ ਪ੍ਰਭੂ ਯਿਸੂ ਮਸੀਹ ਦਾ ਪਵਿੱਤਰ ਲਹੂ ਹਾਬਲ ਦੇ ਲਹੂ ਤੋਂ ਵੀ ਉੱਤਮ ਹੈ। ਜੇ ਹਾਬਲ ਦੇ ਲਹੂ ਦੀ ਏਡੀ ਕੀਮਤ ਆ, ਤੇ ਫਿਰ ਪ੍ਰਭੂ ਯਿਸੂ ਮਸੀਹ ਦੇ ਲਹੂ ਦੀ ਕੀਮਤ ਦਾ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ।
ਤੇ ਅਸੀਂ ਵਿਚਾਰ ਕਰੀਏ ਉਹ ਪਵਿੱਤਰ ਲਹੂ ਜਿਹੜਾ ਮੇਰੇ ਗੁਨਾਹਾਂ ਦੀ ਖਾਤਰ ਬਹਾਇਆ ਗਿਆ, ਮੈਂ ਉਸੇ ਗੁਨਾਹ ਨੂੰ ਕਰਨ ਦੇ ਲਈ ਜਿਨੇ ਆਪਣਾ ਪਵਿੱਤਰ ਲਹੂ ਬਹਾਇਆ, ਮੈਂ ਉਸੇ ਦੇ ਵਚਨ ਦਾ ਸਹਾਰਾ ਲੈ ਕੇ ਆਪਣੇ ਪਾਪ ਦੇ ਉੱਤੇ ਜਦੋਂ ਪਰਦਾ ਪਾਉਂਦਾ ਹਾਂ, ਮੇਰਾ ਪਰਮੇਸ਼ਵਰ ਮੇਰੇ ਤੋਂ ਕਿੰਨਾ ਦੁਖੀ ਹੁੰਦਾ ਹੋਵੇਗਾ। ਜਦੋਂ ਯਿਸੂ ਮਸੀਹ ਦੇ ਪਵਿੱਤਰ ਲਹੂ ਨੂੰ ਅਸੀਂ ਪੈਰਾਂ ਹੇਠ ਲਤਾੜਦੇ ਹਾਂ, ਪਰਮੇਸ਼ਵਰ ਕਿੱਡਾ ਕ੍ਰੋਧਵਾਨ ਹੁੰਦਾ ਹੋਵੇਗਾ। ਇਸ ਜਗ੍ਹਾ ਤੇ ਅਸੀਂ ਜਦੋਂ ਆਉਂਦੇ ਹਾਂ, ਇਸ ਲਈ ਆਉਂਦੇ ਕਿ ਅਸੀਂ ਸਰੈਂਡਰ ਕਰੀਏ ਆਪਣੇ ਆਪ ਨੂੰ, ਪਰਮੇਸ਼ਵਰ ਦੇ ਅੱਗੇ ਝੁਕਾਈਏ, ਆਪਣੀਆਂ ਗਲਤੀਆਂ ਨੂੰ, ਆਪਣੇ ਗੁਨਾਹਾਂ ਨੂੰ ਮੰਨੀਏ, ਤਾਂ ਕਿ ਪਰਮੇਸ਼ਵਰ ਆਪਣੀ ਕਿਰਪਾ ਨੂੰ ਸਾਡੇ ਉੱਤੇ ਕਰ ਸਕੇ। ਪਰ ਰੂਹ ਦੇ ਨਾਲ ਖਾਲੀ ਦਿਲ ਸਾਰੇ, ਪਰ ਰੂਹ ਦੇ ਨਾਲ ਖਾਲੀ ਦਿਲ ਸਾਰੇ, ਕਰ ਕਿਰਪਾ ਤੂੰ ਸਿਰਜਣਹਾਰੇ, ਕਰ ਕਿਰਪਾ ਤੂੰ ਸਿਰਜਣਹਾਰੇ। ਪਰ ਰੂਹ ਦੇ ਨਾਲ ਖਾਲੀ ਦਿਲ ਸਾਰੇ, ਪਰ ਰੂਹ ਦੇ ਨਾਲ ਖਾਲੀ ਦਿਲ ਸਾਰੇ, ਕਰ ਕਿਰਪਾ ਤੂੰ ਸਿਰਜਣਹਾਰੇ, ਕਰ ਕਿਰਪਾ ਤੂੰ ਸਿਰਜਣਹਾਰੇ। ਪਰ ਰੂਹ ਦੇ ਨਾਲ ਖਾਲੀ ਦਿਲ ਸਾਰੇ, ਪਰ ਰੂਹ ਦੇ ਨਾਲ ਖਾਲੀ ਦਿਲ ਸਾਰੇ, ਕਰ ਕਿਰਪਾ ਤੂੰ ਸਿਰਜਣਹਾਰੇ, ਕਰ ਕਿਰਪਾ ਤੂੰ ਸਿਰਜਣਹਾਰੇ। ਰੂਹ ਦੀ ਅੱਗ ਨਾਲ ਦੇ ਪਾਪ ਜਲਾ, ਰੂਹ ਦੀ ਅੱਗ ਨਾਲ ਦੇ ਪਾਪ ਜਲਾ, ਜ਼ਿੰਦਾ ਵਚਨ ਨਾਲ ਪਾਕ ਬਣਾ, ਜ਼ਿੰਦਾ ਵਚਨ ਨਾਲ ਪਾਕ ਬਣਾ। ਕਰ ਮਾਫ ਤੂੰ ਬਖਸ਼ਣਹਾਰੇ, ਕਰ ਮਾਫ ਤੂੰ ਬਖਸ਼ਣਹਾਰੇ। ਪਰ ਰੂਹ ਦੇ ਨਾਲ ਖਾਲੀ ਦਿਲ ਸਾਰੇ, ਪਰ ਰੂਹ ਦੇ ਨਾਲ ਖਾਲੀ ਦਿਲ ਸਾਰੇ, ਕਰ ਕਿਰਪਾ ਤੂੰ ਸਿਰਜਣਹਾਰੇ, ਕਰ ਕਿਰਪਾ ਤੂੰ ਸਿਰਜਣਹਾਰੇ, ਕਰ ਕਿਰਪਾ ਤੂੰ ਸਿਰਜਣਹਾਰੇ, ਕਰ ਕਿਰਪਾ ਤੂੰ ਸਿਰਜਣਹਾਰੇ। ਪਰ ਰੂਹ ਦੇ ਨਾਲ ਖਾਲੀ ਦਿਲ ਸਾਰੇ, ਪਰ ਰੂਹ ਦੇ ਨਾਲ ਖਾਲੀ ਦਿਲ ਸਾਰੇ, ਕਰ ਕਿਰਪਾ ਤੂੰ ਸਿਰਜਣਹਾਰੇ, ਕਰ ਕਿਰਪਾ ਤੂੰ ਸਿਰਜਣਹਾਰੇ, ਕਰ ਕਿਰਪਾ ਤੂੰ ਸਿਰਜਣਹਾਰੇ, ਕਰ ਕਿਰਪਾ ਤੂੰ ਸਿਰਜਣਹਾਰੇ, ਕਰ ਕਿਰਪਾ ਤੂੰ ਸਿਰਜਣਹਾਰੇ। ਹੋ ਕਰ ਕਿਰਪਾ ਤੂੰ ਸਿਰਜਣਹਾਰੇ। ਪਰ ਰੂਹ ਦੇ ਨਾਲ ਖਾਲੀ ਦਿਲ ਸਾਰੇ, ਪਰ ਰੂਹ ਦੇ ਨਾਲ ਖਾਲੀ ਦਿਲ ਸਾਰੇ, ਕਰ ਕਿਰਪਾ ਤੂੰ ਸਿਰਜਣਹਾਰੇ, ਕਰ ਕਿਰਪਾ ਤੂੰ ਸਿਰਜਣਹਾਰੇ, ਕਰ ਕਿਰਪਾ ਤੂੰ ਸਿਰਜਣਹਾਰੇ, ਕਰ ਕਿਰਪਾ ਤੂੰ ਸਿਰਜਣਹਾਰੇ, ਕਰ ਕਿਰਪਾ ਤੂੰ ਸਿਰਜਣਹਾਰੇ। ਹਾਲੇਲੂਇਆ। ਅੱਜ ਜ਼ਰੂਰਤ ਹੈ ਕਹਿਣ ਦੀ, ਕਿਉਂਕਿ ਉਹ ਕਿਰਪਾ ਕਰੇਗਾ ਜਿਹੜਾ ਸਿਰਜਣਹਾਰ ਆ, ਤਾਂ ਹੀ ਅਸੀਂ ਉਹਦੀ ਵਿਵਸਥਾ ਦੇ ਉੱਤੇ ਕਾਇਮ ਰਹਿ ਸਕਦੇ ਹਾਂ, ਤਾਂ ਹੀ ਅਸੀਂ ਉਹਦੀ ਵਿਵਸਥਾ ਦੇ ਉੱਤੇ ਦਿਨ ਰਾਤ ਅਮਲ ਕਰ ਸਕਦੇ ਹਾਂ। ਇਸ ਲਈ ਜ਼ਰੂਰੀ ਆ ਉਹਦਾ ਰਹਿਮ ਸਾਡੇ ਉੱਤੇ ਬਣਿਆ ਰਹੇ। ਖੁਦਾਵੰਦ ਖੁਦਾ, ਜਿੰਨੇ ਵੀ ਲੋਕਾਂ ਨੇ ਤੇਰੇ ਵਚਨ ਨੂੰ ਸੁਣਿਆ ਜਾਂ ਸੋਸ਼ਲ ਮੀਡੀਆ ਦੇ ਦੁਆਰਾ ਸੁਣਨ, ਖੁਦਾਵੰਦ, ਇੱਕ ਇੱਕ ਜ਼ਿੰਦਗੀ ਦੇ ਉੱਤੇ ਤੇਰੇ ਵੱਡੇ ਰਹਿਮ ਨੂੰ ਮੰਗ ਲੈਂਦੇ ਖੁਦਾਵੰਦ।
ਹਰੇਕ ਜ਼ਿੰਦਗੀ ਨੂੰ ਬਖਸ਼ ਮੇਰੇ ਪਿਤਾ, ਕਿ ਹਰ ਜ਼ਿੰਦਗੀ ਦਿਨ ਰਾਤ ਤੇਰੀ ਅਵਸਥਾ ਦੇ ਵਿੱਚ ਮਗਨ ਰਹਿਣ ਵਾਲੀ ਹੋ ਜਾਏ। ਤੇਰਾ ਨੇਕ ਮਕਸਦ ਹਰੇਕ ਜ਼ਿੰਦਗੀ 'ਚ ਪੂਰਾ ਹੋ। ਸਾਡੀ ਪ੍ਰਾਰਥਨਾ ਸੁਣੋ, ਕਬੂਲ ਕਰੋ ਮਸੀਹ ਯਿਸੂ ਦੇ ਨਾਮ ਦੇ ਵਿੱਚ, ਆਮੀਨ। ਹੁਣ ਸਾਡੇ ਖੁਦਾ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੋਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ तमाम ਲੋਕਾਂ ਦੇ ਨਾਲ ਬਣੀ ਰਵੇ, ਆਮੀਨ। ਹਾਲੇਲੂਇਆ। ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ